ਤੀਰ ਕਮਾਨ, ਖੰਡਾ, ਘੋੜਸਵਾਰੀ ਅਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸਿੱਖ ਕਲਚਰ ਨਾਲ ਸੰਬੰਧਿਤ ਚੀਜ਼ਾਂ ਨੇ ਅੱਜ ਉਹਨਾਂ ਦਾ ਜ਼ਿਕਰ ਹੋਣ ਵਾਲਾ ਹੈ। ਜਿਵੇਂ ਜੰਗ ਦੇ ਵਿੱਚ ਜੇ ਵਰਸ਼ਾ ਬਹੁਤਾ ਵਰਤਿਆ ਜਾਂਦਾ ਸੀਗਾ, ਢਾਲ ਤਲਵਾਰ ਜਿਹੜੀ ਆ ਜ਼ਮੀਨ ਦੇ ਉੱਤੇ ਵਰਤੀ ਜਾਂਦੀ ਸੀ। ਨਹੀਂ ਸਫਾ ਜੰਗ ਤਾਂ ਇੱਕ ਡੰਡਾ ਹੁੰਦਾ ਛੋਟਾ, ਉਹਦੇ ਉੱਤੇ ਮੋਟਾ ਇੱਕ ਬੰਨੇ ਲਾਟੂ ਜਿਹਾ ਲੱਗਾ ਹੁੰਦਾ। ਉਹ ਆਮ ਜਿਵੇਂ ਫੜ ਕੇ ਤੁਰਨ ਵਾਸਤੇ ਹੁੰਦਾ, ਉਹ ਲੋਹੇ ਦਾ ਬਣਿਆ ਹੁੰਦਾ, ਉਹ ਛੋਟਾ ਹੁੰਦਾ, ਸੰਗਲੀ ਪਾਈ ਹੁੰਦੀ। ਹਾਂਜੀ। ਕੌਮ ਦੇ ਵਿੱਚ ਗੁਰੂ ਸਾਹਿਬ ਜੀ ਦੇ ਵੇਲੇ ਦੇਖਦੇ, ਜਿਵੇਂ ਤੁਸੀਂ ਨਾਗਣੀ ਦਾ ਜ਼ਿਕਰ ਕੀਤਾ ਨਾ, ਇਹ ਗੁਰੂ ਸਾਹਿਬ ਜੀ ਦੇ ਆਪਣੇ ਕਾਰਖਾਨੇ ਵਿੱਚ ਬਣੀ ਹੈ। ਮਹਾਰਾਜ ਦੇ ਸਮੇਂ ਬਹੁਤ ਮਹਿੰਗੇ ਉਸ ਸਮੇਂ ਦੇ ਰਾਜੇ ਮਹਾਰਾਜਿਆਂ ਨਾਲ ਵੀ ਮਹਿੰਗੇ ਘੋੜੇ ਜਿਹੜੇ ਆ ਗਲਬਾਗ ਤੇ ਦਿਲਬਾਗ ਜਿਹੜੇ ਮਹਾਰਾਜ ਵਾਸਤੇ ਲੈ ਕੇ ਆਏ ਸੀ। ਤੁਸੀਂ ਸ਼ਾਮਿਲ ਹੋ ਦ ਹਰਜਿੰਦਰ ਥਿੰਦ ਸ਼ੋਅ ਵਿੱਚ। ਸਿੱਖ ਵਿਰਸੇ ਦੇ ਵਿੱਚ ਹਥਿਆਰਾਂ ਦਾ, ਸ਼ਸਤਰਾਂ ਦਾ ਆਪਣਾ ਇੱਕ ਵੱਖਰਾ ਰੂਪ ਹੈ। ਇਹਨਾਂ ਦੀ ਇੱਕ ਬਹੁਤ ਇੰਪੋਰਟੈਂਟ ਰੋਲ ਹੈ, ਇਹਨਾਂ ਦੀ ਆਪਣੀ ਮਹੱਤਤਾ ਹੈ। ਇਸ ਦੇ ਵਿੱਚ ਢਾਲ ਤਲਵਾਰ ਤੋਂ ਇਲਾਵਾ ਤੀਰ ਕਮਾਨ, ਖੰਡਾ, ਘੋੜਸਵਾਰੀ ਅਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਸਿੱਖ ਕਲਚਰ ਨਾਲ ਸੰਬੰਧਿਤ ਚੀਜ਼ਾਂ ਨੇ ਅੱਜ ਉਹਨਾਂ ਦਾ ਜ਼ਿਕਰ ਹੋਣ ਵਾਲਾ ਹੈ। ਅੱਜ ਮੇਰੇ ਨਾਲ ਸਰ ਜਗਜੀਤ ਸਿੰਘ ਜਿਹੜੇ ਗੱਤਕੇ ਦੇ ਉਸਤਾਦ ਨੇ ਅਤੇ ਹੋਰ ਸ਼ਸਤਰਾਂ ਬਾਰੇ ਜਾਣਕਾਰੀ ਦੇਣ ਲਈ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨਗੇ, ਕਿਉਂਕਿ ਸ਼ਸਤਰ ਵਿੱਦਿਆ ਜਿਹੜੀ ਹੈ ਇੱਕ ਬਹੁਤ ਮਹੱਤਵਪੂਰਨ ਹਿੱਸਾ ਰਿਹਾ ਸਿੱਖ ਧਰਮ ਦਾ। ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ 2 ਸ੍ਰੀ ਸਾਹਿਬ ਪਹਿਨੀਆਂ ਔਰ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀ ਇਸ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਇਸ ਮਹੀਨੇ ਦੇ ਵਿੱਚ ਦਿੱਤੀ ਜਾ ਰਹੀ ਹੈ। ਪਰ ਅੱਜ ਸ਼ਸਤਰ ਵਿੱਦਿਆ ਦੀ ਗੱਲਬਾਤ ਚੱਲੇਗੀ ਅਤੇ ਸਾਡੇ ਨਾਲ ਜਗਜੀਤ ਸਿੰਘ ਜੀ ਅਤੇ ਗੁਰਪ੍ਰੀਤ ਸਿੰਘ ਜੀ ਸ਼ਾਮਲ ਨੇ। ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਸਾਨੂੰ ਗੱਤਕੇ ਬਾਰੇ ਦੱਸੋ। ਤੁਸੀਂ ਗੱਤਕੇ ਦੇ ਬੜੇ ਮਾਹਰ ਹੋ ਔਰ ਕਈ ਮੁਲਕਾਂ ਦੇ ਵਿੱਚ ਜਾ ਕੇ ਤੁਸੀਂ ਆਪਣੀਆਂ ਡੈਮੋਨਸਟ੍ਰੇਸ਼ਨਸ ਵੀ ਦਿੱਤੀਆਂ ਨੇ। ਕੀ ਗੱਤਕਾ ਦੀ ਜਿਹੜੀ ਸ਼ਾਸਤਰ ਵਿੱਦਿਆ ਹੈ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਕਦੋਂ ਤੋਂ ਬਣਿਆ? ਇਹਦਾ ਜਿਹੜਾ ਵਿਸ਼ਾਲ ਗੱਲ ਨਾਂ ਆ ਉਹ ਸ਼ਾਸਤਰ ਵਿੱਦਿਆ, ਪਰ ਜਿਵੇਂ ਆਪਾਂ ਕਿਸੇ ਚੀਜ਼ ਨੂੰ ਛੋਟਾ ਜਿਹਾ ਨਾਂ ਦੇਣਾ ਹੋਵੇ ਉਹਨੂੰ ਆਮ ਗੱਤਕੇ ਨਾਲ ਮਸ਼ਹੂਰ ਹੋ ਗਿਆ। ਇਹ ਗੁਰੂ ਨਾਨਕ ਸਾਹਿਬ ਤੋਂ ਹੀ ਸ਼ਾਸਤਰ ਵਿੱਦਿਆ ਸਾਡੇ ਕੋਲ ਸੀਗੀ। ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਵੀ ਕਈ ਜਗ੍ਹਾ ਵਰਸ਼ਾ ਦੇਖਿਆ ਗਿਆ, ਪਰ ਆਮ ਆਸਾ ਹੱਥ ਕਿਤਾਬ ਕਸ਼ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਆਉਂਦੀ ਆ ਅਤੇ ਉਹਨਾਂ ਦੇ ਹੱਥ 'ਚ ਵੀ ਸੋਟਾ ਸੀ ਜਦੋਂ ਉਹਨੀਆਂ ਦਾਸੀਆਂ ਕੀਤੀਆਂ। ਤਾਂ ਕਈ ਜਗ੍ਹਾ ਉਹਨਾਂ 'ਤੇ ਵਰਸ਼ਾ ਵੀ ਹੱਥ 'ਚ ਆਉਂਦਾ, ਕਈ ਗੁਰਦੁਆਰਿਆਂ 'ਚ ਉਹਨਾਂ ਦੇ ਇਤਿਹਾਸ। ਲੇਕਿਨ ਉਹਨਾਂ ਨੇ ਜ਼ਿਆਦਾ ਤੌਰ 'ਤੇ ਸ਼ਾਸਤਰ ਵਿੱਦਿਆ ਨਹੀਂ, ਪਰ ਜਿਹੜੇ ਭਾਈ ਪਰਾਗਾ ਜੀ ਸੀਗੇ, ਭਾਈ ਪੈਂਡਾ ਜੀ ਸੀਗੇ ਅਤੇ ਭਾਈ ਬੁੱਢਾ ਜੀ ਸੀਗੇ, ਉਹ ਸ਼ਾਸਤਰ ਵਿੱਦਿਆ ਦੇ ਧਨੀ ਸੀ। ਅਤੇ ਅੱਗੇ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਮੇਂ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਹੀਦ ਹੁੰਦੇ ਨੇ, ਉਦੋਂ ਸਿੱਖ ਕੌਮ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋ ਜਾਂਦਾ ਸ਼ਾਸਤਰ ਅਤੇ ਸ਼ਾਸਤਰ ਦਾ। ਜਿੱਥੇ ਅੱਗੇ ਭਗਤੀ ਕੀਤੀ ਜਾਂਦੀ ਸੀ, ਇਕੱਲੀ ਨਾਮ ਜਪਿਆ ਜਾਂਦਾ ਸੀ। ਵੈਸੇ ਤਾਂ ਦੂਸਰੀ ਪਾਤਸ਼ਾਹ ਵੇਲੇ ਜਿਵੇਂ ਘੋਲ ਚੱਲ ਪਏ, ਜਿਵੇਂ ਉਹ ਮੱਲ ਅਖਾੜੇ ਸ਼ੁਰੂ ਹੋ ਗਿਆ, ਮਤਲਬ ਆਪਣੇ ਸਰੀਰ ਨੂੰ ਬਲਵਾਨ ਰੱਖਣਾ, ਉਹ ਤਾਂ ਸੀਗਾ ਹੀ। ਲੇਕਿਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਜਦੋਂ ਦੇਖਿਆ ਵੀ ਅਸੀਂ ਸ਼ਬਦ ਦੀ ਗੱਲ ਕਰਦੇ ਸੀ, 4 ਪਾਤਸ਼ਾਹੀ ਨੇ ਸ਼ਬਦ ਦਾ ਪ੍ਰਚਾਰ ਕੀਤਾ। ਜਦੋਂ ਉਸ ਸਮੇਂ ਦੀ ਸਰਕਾਰ ਜਾਂ ਉਸ ਸਮੇਂ ਦੀ ਗੱਲ ਸ਼ਬਦ ਤੋਂ ਲੰਘ ਕੇ ਜ਼ੁਲਮ ਦੀ ਹੱਦ ਪਾਰ ਕਰਤੀ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੱਤੀ ਤਵੀ 'ਤੇ ਬਿਠਾ ਦਿੱਤਾ। ਅਤੇ ਉਦੋਂ ਹੀ ਮੀਰੀ ਪੀਰੀ ਜਿਹੜੀ ਆ ਜ਼ਿਆਦਾ ਤੌਰ 'ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਕਰਤਾ ਕਿ ਵਧੀਆ ਘੋੜੇ, ਵਧੀਆ ਸ਼ਾਸਤਰ ਤੁਸੀਂ ਲੈ ਕੇ ਆਉਣੇ ਆ। ਅਤੇ ਉਦੋਂ ਹੀ ਜਿਹੜੀ ਇਹ ਸ਼ਾਸਤਰ ਵਿੱਦਿਆ ਸਾਡੇ ਵਿੱਚ ਸਿੱਖ ਕੌਮ ਦੇ ਵਿੱਚ ਆ ਗਈ। ਹੁਣ ਜਿਹੜਾ ਅੱਗੇ ਚੱਲ ਕੇ ਫਿਰ ਉਹ ਸ਼ਾਸਤਰ ਵਿੱਦਿਆ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ, ਅਤੇ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਨੇ ਜੋ ਅੰਮ੍ਰਿਤਧਾਰੀ ਸਿੱਖ ਬਣਾ ਤਾ, ਉਹਨਾਂ ਨੇ ਹਰ ਵੇਲੇ ਤਿਆਰ ਬਰ ਤਿਆਰ ਰੱਖਤਾ ਵੀ ਤੁਸੀਂ ਗਾਤਰੇ ਸ੍ਰੀ ਸਾਹਿਬ ਪਾਉਣੀ ਆ ਅਤੇ ਸ਼ਾਸਤਰ ਵਿੱਦਿਆ 'ਚ ਤਿਆਰ ਬਰ ਤਿਆਰ ਰਹਿਣਾ। ਢਾਲ ਤਲਵਾਰ ਜਿਹੜੀ ਹੈ ਇਹ ਕਦ ਤੋਂ ਫਿਰ ਪੂਰੀ ਪਾਪੂਲਰ ਹੋਈ? ਢਾਲ ਤਲਵਾਰ ਵੈਸੇ ਤਾਂ ਪਹਿਲੇ ਸਮਿਆਂ ਤੋਂ ਹੀ ਢਾਲ ਤਲਵਾਰ ਰਹੀ ਆ, ਲੇਕਿਨ ਆਪਣੇ ਤਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਮੇਂ ਤੋਂ ਆਈ ਆ। ਅਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਜਦੋਂ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ, ਉਸ ਤੋਂ ਬਾਅਦ ਜਿਹੜਾ 2 ਧਾਰੀ ਖੰਡਾ ਆਪਣੇ ਸਿੱਖਾਂ ਦੇ ਵਿੱਚ ਆਇਆ। ਵੈਸੇ ਤਾਂ ਖੰਡਾ ਜਿਹੜਾ ਆ ਉਹ ਰਾਜਸਥਾਨ ਦੇ ਵਿੱਚ ਵੀ ਉਹ 1.5 ਧਾਰੀ ਆ, ਸਾਊਥ ਵਿੱਚ 1 ਧਾਰੀ ਨੂੰ ਕਿਹਾ ਜਾਂਦਾ, ਉਹ ਥੋੜ੍ਹਾ ਜਿਹਾ ਅਲੱਗ ਕਿਸਮ ਦਾ ਆ। ਪਰ 2 ਧਾਰੀ ਖੰਡਾ ਜਿਹੜਾ ਉਹ ਸਿੱਖਾਂ ਕੋਲੋਂ ਆਇਆ। ਉੱਦਾਂ ਬਾਕੀ ਜਿਵੇਂ ਸੇਮ ਸ਼ਾਸਤਰ ਜਿਹੜੇ ਆ ਉਹ ਮੈਂ ਕਿਉਂਕਿ ਬਾਕੀ ਕਮਿਊਨਿਟੀਆਂ 'ਚ ਵੀ ਜਾਂਦਾ ਅਤੇ ਉਹਨਾਂ ਦੇ ਕੋਲ ਵੀ ਰਲਦੇ ਮਿਲਦੇ ਸ਼ਾਸਤਰ ਹੈਗੇ ਆ ਸਾਰਿਆਂ ਕੋਲ। ਜਿਵੇਂ ਵਰਸ਼ੇ ਉਹਨਾਂ ਕੋਲ ਥੋੜ੍ਹੇ ਜਿਹਾ ਅਲੱਗ ਸ਼ੇਪ ਦੇ ਆ। ਤਾਂ ਜਿਹੜਾ ਗੱਤਕਾ ਆ ਇਹ ਅੱਜ ਜਿਹੜਾ ਆ ਆਮ ਮਤਲਬ ਇਹਨੂੰ ਪ੍ਰਚਲਿਤ ਨਾਂ ਜਿਹੜਾ ਗੱਤਕਾ ਹੋ ਗਿਆ। ਵੈਸੇ ਸ਼ਾਸਤਰ ਵਿੱਦਿਆ ਦੇ ਵਿੱਚ ਘੋੜਸਵਾਰੀ ਆ ਗਈ, ਟਰਡੀਸ਼ਨਲ ਆਰਚਰੀ ਆ ਗਈ, ਅਤੇ ਇਹਦੇ ਵਿੱਚ ਬਹੁਤ ਯੁੱਧ ਕਲਾ ਆ, ਜਿਵੇਂ 2 ਧਿਰਾਂ ਨੇ ਲੜਨਾ, ਉਹ ਸਾਰੀ ਜਿਹੜੀ ਆ ਇਹਦੇ ਵਿੱਚ ਆਉਂਦਾ ਜੀ। ਅੱਛਾ ਗੁਰਪ੍ਰੀਤ ਸਿੰਘ ਜੀ, ਜਿਹੜੀ ਤੀਰ ਕਮਾਨ ਦੀ ਗੱਲ ਹੈ, ਕਈ ਥਾਵੇਂ 10ਵੇਂ ਪਾਤਸ਼ਾਹ ਦੀਆਂ ਕਈ ਤਸਵੀਰਾਂ ਨੇ ਮੈਂ ਦੇਖੀਆਂ ਨੇ ਜਿਹਦੇ ਵਿੱਚ ਉਹਨਾਂ ਨੇ ਤੀਰ ਚਾੜ੍ਹਿਆ ਹੋਇਆ ਅਤੇ ਕਮਾਨ ਉਹ ਖਿੱਚ ਰਹੇ ਨੇ।
ਇਹ ਤੀਰ ਕਮਾਨ ਸਿੱਖਾਂ ਦੇ ਵਿੱਚ, ਸਿੱਖ ਕਲਚਰ ਦੇ ਵਿੱਚ ਕਦ ਤੋਂ ਸ਼ਾਮਲ ਹੋਇਆ? ਦੇਖੋ, ਜਿਹੜੇ ਸ਼ਸਤਰਾਂ ਦੀ ਗੱਲ ਆ ਸਿੱਖੀ ਦੇ ਵਿੱਚ, ਬੇਸ਼ੱਕ ਇਹਦਾ ਜਿਹੜਾ ਰੂਪ ਆ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਤੋਂ ਵੀ ਆ। ਇਹ ਚੀਜ਼ਾਂ ਜਿਹੜੀਆਂ ਸੀ ਰਾਜੇ ਮਹਾਰਾਜੇ ਜਿਹੜੀ ਇਹਨਾਂ ਦੀ ਵਰਤੋਂ ਕਰਦੇ ਸਨ, ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਆਈ ਹੈ ਉਸ ਸਮੇਂ ਸਤਿਗੁਰਾਂ ਨੇ ਇਹਨਾਂ ਸ਼ਸਤਰਾਂ ਦੇ ਜਿਹੜੇ ਖੜਗ ਦਾ ਜ਼ਿਕਰ ਕੀਤਾ ਬਾਣੀ ਵਿੱਚ ਵੀ ਕਿ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਭਰਾ ਕੋਏ ਜੀਦ ਹੈ, ਕਿ ਜਿਹੜੀ ਗੁਰੂ ਸਾਹਿਬ ਜੀ ਦੀ ਮੱਤ ਆ, ਗੁਰੂ ਸਾਹਿਬ ਦੀ ਸਿੱਖਿਆ ਆ, ਜਿਵੇਂ ਖੜਗ ਕਿਸੇ ਦਾ ਘਾਤ ਕਰਦੀ ਹੈ, ਕਿਸੇ ਨੂੰ ਖਤਮ ਕਰਦੀ ਹੈ, ਇਸੇ ਤਰ੍ਹਾਂ ਜਿਹੜੀ ਗੁਰੂ ਦੀ ਮੱਤ ਆ ਉਹ ਵੀ ਇੱਕ ਸਾਡੇ ਅੰਦਰੋਂ ਮਾੜੀਆਂ ਚੀਜ਼ਾਂ ਨੂੰ ਕੱਢ ਕੇ ਚੰਗੀ ਮੱਤ ਜਿਹੜੀ ਲਿਆਉਣ ਵਾਲੀ ਆ। ਉੱਥੇ ਦੱਸਿਆ ਭਾਈ ਲਹਿਣੇ ਬਾਰੇ ਖਾਸ ਕਰਕੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਖੜਗ ਮੱਤ ਦੀ ਖੜਗ ਨਾਲ ਭਾਈ ਲਹਿਣੇ ਦੇ ਅੰਦਰੋਂ ਬੁਰਾਈਆਂ ਨੂੰ ਕੱਢ ਕੇ ਉਹਨਾਂ ਨੂੰ ਇੱਕ ਚੰਗਾ ਪੁਰਸ਼ ਬਣਾ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਬਣਾਇਆ। ਇਸੇ ਤਰ੍ਹਾਂ ਖੜਗ ਦਾ ਜ਼ਿਕਰ ਬਾਣੀ ਦੇ ਵਿੱਚ ਆਵੇਗਾ। ਤੀਰ ਦਾ ਜ਼ਿਕਰ ਜਿਹੜਾ ਆ ਇਹ ਜਦੋਂ ਆਪਾਂ ਇਤਿਹਾਸ ਨੂੰ ਪੜ੍ਹਾਂਗੇ, ਬਾਣੀ ਨੂੰ ਪੜ੍ਹਾਂਗੇ, ਭਗਤ ਕਬੀਰ ਜੀ ਨੇ ਜੋ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਵੀ ਪਹਿਲਾਂ ਹੋਏ ਨੇ, ਉਹਨਾਂ ਨੇ ਆਪਣੀ ਬਾਣੀ ਵਿੱਚ ਕੀਤਾ ਹੈ। ਉਹਨਾਂ ਨੇ ਵੀ ਜਿਹੜੀ ਉਸ ਤੀਰ ਦੀ ਵਰਤੋਂ ਕੀਤੀ ਆ, ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਾ ਕਲੇਜੇ ਸੇ। ਉੱਥੇ ਬਾਣ ਦਾ ਜਿਹੜਾ ਅਰਥ ਹੈ ਉਹ ਤੀਰ ਹੈ, ਭਾਵ ਕਿ ਤੀਰ ਨੂੰ, ਜਿਹੜਾ ਤੀਰ ਕਿਸੇ ਦੇ ਦਿਲ ਵਿੱਚ ਵੱਜਦਾ ਸੀ ਤੇ ਉਹਨੂੰ ਘਾਤ ਕਰਦਾ ਸੀ। ਇਸੇ ਤਰ੍ਹਾਂ ਗੁਰੂ ਦੇ ਬਚਨਾਂ ਦਾ ਤੀਰ ਜਿਹੜਾ ਆ, ਬਾਬੇ ਕਬੀਰ ਜੀ ਨੇ ਜਿਹੜੀ ਗੱਲ ਕੀਤੀ, ਉਹ ਜਿਹੜਾ ਸ਼ਬਦ ਦਾ ਤੀਰ ਆ ਉਹ ਜਦੋਂ ਕਿਸੇ ਦੇ ਲੱਗਦਾ ਸੀ। ਇਹ ਸਾਰੀਆਂ ਜਿਹੜੀਆਂ ਬਾਣੀ ਦੇ ਵਿੱਚ ਤਸ਼ਬੀਹਾਂ ਦਿੱਤੀਆਂ ਗਈਆਂ, ਇਹ ਇੱਕ ਕਿਸਮ ਦੀ ਸਿਮਲੀ ਦਿੱਤੀ ਗਈ, ਪਰ ਅਸਲੀ ਜਿਹੜੇ ਹਥਿਆਰ ਸੀ ਉਹ ਕਦੋਂ ਸਿੱਖਾਂ ਦੇ ਹੱਥ 'ਚ ਆਏ ਤੇ ਸਿੱਖਾਂ ਨੇ ਵਰਤਣੇ ਸ਼ੁਰੂ ਕੀਤੇ? ਦੇਖੋ, ਇਹ ਜਿਹੜਾ ਸਾਡਾ ਵਿਰਸਾ ਆ ਗੁਰਬਾਣੀ, ਤੇ ਜਦੋਂ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਸ਼ਸਤਰਾਂ ਦਾ ਨਾਮ ਵਰਤਿਆ, ਤੀਰ ਦਾ ਨਾਮ ਆ ਗਿਆ, ਖੜਗ ਦਾ ਨਾਮ ਆ ਗਿਆ, ਢਾਲ ਦਾ ਨਾਮ ਆ ਗਿਆ, ਕਈ ਐਸੇ ਜਿਹੜੇ ਸ਼ਸਤਰ ਨੇ ਉਹਨਾਂ ਦਾ ਨਾਮ ਬਾਣੀ ਦੇ ਵਿੱਚ ਆਉਂਦਾ ਆ। ਭਾਈ ਗੁਰਦਾਸ ਜੀ ਨੇ ਡਾਂਗ ਦਾ ਜ਼ਿਕਰ ਕੀਤਾ, ਜਿਵੇਂ ਭਾਈ ਸਾਹਿਬ ਨੇ ਦੱਸਿਆ ਸੋਟੇ ਦਾ ਜ਼ਿਕਰ ਕੀਤਾ। ਤੇ ਬਾਣੀ ਦੇ ਵਿੱਚੋਂ ਜਿਵੇਂ ਸਾਡੀ ਦਸਤਾਰ ਬਾਰੇ ਗੱਲ ਆਈ ਕਿ ਦਸਤਾਰ ਸਾਡੇ ਕੋਲ ਕਿੱਥੋਂ ਆਈ ਹੈ, ਇਹ ਵੀ ਬਾਣੀ ਵਿੱਚ ਸਾਬਤ ਸੂਰਤ ਦਸਤਾਰ ਸਿਰਾ। ਇਸੇ ਤਰ੍ਹਾਂ ਦਮਾਲੇ ਦੀ ਗੱਲ ਆਈ ਬਾਣੀ ਵਿੱਚ, ਮੈਂ ਗੁਰਮਿਲ ਉੱਚ ਦਮਾਲੜਾ, ਕਿ ਉੱਚਾ ਦਮਾਲਾ ਬੱਧਾ। ਇਹ ਸਾਰਾ ਜਿਹੜਾ ਵਿਰਸਾ ਬਾਣੀ ਦੇ ਵਿੱਚ ਆ, ਤੇ ਹੌਲੀ ਹੌਲੀ ਗੁਰੂਆਂ ਨੇ ਸਾਨੂੰ ਪ੍ਰਗਟ ਕਰਕੇ ਦੱਸਿਆ। ਤੇ ਜਿੱਥੇ ਇਹਦੇ ਅਰਥ ਜਿਹੜੇ ਦੋ ਤਰ੍ਹਾਂ ਦੇ, ਪਹਿਲੋਂ ਇੱਕ ਤਰ੍ਹਾਂ ਦੇ ਸੀ, ਰਾਜੇ ਮਹਾਰਾਜੇ ਕੇਵਲ ਜ਼ੁਲਮ ਕਰਨ ਵਾਸਤੇ ਵਰਤਦੇ ਸੀ, ਪਰ ਗੁਰੂ ਨੇ ਇਹਦੀ ਡੈਫੀਨੇਸ਼ਨ ਜਿਹੜੀ ਆ ਉਹਨਾਂ ਨਾਲੋਂ ਵੱਖਰੀ ਰੱਖੀ ਹੈ। ਇਹਨੂੰ ਪਰਉਪਕਾਰ ਵਾਸਤੇ, ਕਿਸੇ ਦੇ ਭਲੇ ਵਾਸਤੇ ਵਰਤਣ ਦਾ ਤਕੀਦ ਕੀਤੀ। ਜਿਹੜੀ ਇਹਦੀ ਹੋਂਦ ਆ ਉਹ ਸਾਨੂੰ ਗੁਰਬਾਣੀ ਦੇ ਵਿੱਚੋਂ ਹੀ ਮਿਲੀ ਹੈ। ਅੱਛਾ ਸਰ ਜਗਜੀਤ ਸਿੰਘ ਜੀ, ਜਿਹੜਾ ਸਫਾ ਜੰਗ ਆ ਜਾਂ ਨਾਗਣੀ ਆ ਜਾਂ ਹੋਰ ਕਈ ਇਹੋ ਜਿਹੇ ਸ਼ਸਤਰ ਹੈਗੇ ਆ, ਜਦੋਂ ਆਪਾਂ ਸ਼ਸਤਰ ਦਰਸ਼ਨ ਕਰਨ ਜਾਂਦੇ ਆ ਤਾਂ ਉਹ 'ਚ ਬੜੇ ਕਿਸਮ ਦੇ ਸ਼ਸਤਰ ਉਹ ਦਿਖਾਉਂਦੇ ਆ, ਜਿਹੜੇ ਅੱਜ ਉਹ ਪਾਪੂਲਰ ਨਹੀਂ ਹੈਗੇ। ਇੱਕ ਜ਼ਮਾਨੇ ਦੇ ਵਿੱਚ ਮੇਰਾ ਖਿਆਲ ਆ ਵੀ ਹਰ ਜੰਗ ਦੇ ਵਿੱਚ ਜਾਂ ਜਦੋਂ ਵੀ ਸਿੱਖਾਂ 'ਤੇ ਕਦੇ ਇਹੋ ਜਿਹੀ ਭੀੜ ਬਣੀ ਤਾਂ ਉਹਨਾਂ ਨੇ ਇਸਤੇਮਾਲ ਕੀਤੇ ਨੇ। ਉਹ ਜਿਹੜੇ ਸ਼ਸਤਰ ਨੇ ਉਹ ਕਿਹੋ ਜਿਹੇ ਸਨ ਤੇ ਕਦੋਂ ਵਰਤੇ ਜਾਂਦੇ ਰਹੇ? ਜਿਹੜੇ ਜਿਵੇਂ ਜੰਗ ਦੇ ਵਿੱਚ ਜੇ ਵਰਸ਼ਾ ਬਹੁਤਾ ਵਰਤਿਆ ਜਾਂਦਾ ਸੀਗਾ। ਢਾਲ ਤਲਵਾਰ ਜਿਹੜੀ ਆ ਜ਼ਮੀਨ ਦੇ ਉੱਤੇ ਚੜ੍ਹ ਵਰਤੀ ਜਾਂਦੀ ਸੀ। ਜਿਹੜੀਆਂ ਲੰਬੀਆਂ ਤਲਵਾਰਾਂ, ਜਿਹਨੂੰ ਮੁਗਲੀ ਤਲਵਾਰ ਵੀ ਕਹਿ ਦਿੰਦੇ ਆ, ਲੰਬੀਆਂ ਜਿੱਦਾਂ 4 ਫੁੱਟ ਵਾਲੀਆਂ, ਉੱਦਾਂ ਆਮ 39 ਇੰਚ ਦੀ ਹੁੰਦੀ ਆ ਕਿ 4 ਫੁੱਟ ਦੀਆਂ ਵੀ ਹੈਗੀਆਂ, ਮੇਰੇ ਕੋਲ ਮੈਂ ਵੀ ਮੰਗਾਈਆਂ। ਤੇ ਉਹ ਘੋੜੇ 'ਤੇ ਚੜ੍ਹ ਕੇ ਲੜਦਾ ਸੀ। ਜਿਵੇਂ ਪਟਾ ਸੀ ਉਹ ਘੋੜੇ 'ਤੇ ਚੜ੍ਹ ਕੇ ਲੜਿਆ ਜਾਂਦਾ ਸੀ, ਬਾਣਾ ਘੋੜੇ 'ਤੇ ਚੜ੍ਹ ਕੇ ਲੜਿਆ ਜਾਂਦਾ। ਇਸੇ ਤਰ੍ਹਾਂ ਜਿਹੜਾ ਵਰਸ਼ੇ ਸੀ ਉਹ ਘੋੜੇ 'ਤੇ ਚੜ੍ਹ ਕੇ ਵੀ ਲੜਿਆ ਜਾਂਦਾ ਸੀ। ਨੇਜੇ ਤੇ ਵਰਸ਼ੇ ਨੂੰ ਦੋ ਤਰ੍ਹਾਂ ਵਰਤਿਆ ਜਾਂਦਾ, ਇੱਕ ਹੱਥ 'ਚ ਫੜ ਕੇ, ਇੱਕ ਛੱਡ ਕੇ ਮਾਰ ਨਾਲ। ਜਿਹੜੀ ਸ਼ਾਸਤਰ ਵਿਦਿਆ ਵੀ ਦੋ ਤਰ੍ਹਾਂ ਦੀ ਆਉਂਦੀ ਆ। ਇੱਕ ਤਾਂ ਜਿਵੇਂ ਆ ਗਈ ਵੀ ਹੱਥ 'ਚ ਫੜ ਕੇ ਤਲਵਾਰ ਚੱਲਦੀ ਹੈ, ਉਹਨੂੰ ਆਪਾਂ ਛੱਡ ਕੇ ਨਹੀਂ ਮਾਰ ਸਕਦੇ, ਢਾਲ ਤਲਵਾਰ ਨੂੰ ਫੜ ਕੇ ਚੱਲਾਂ। ਤੇ ਜਿਹੜੀ ਨੇਜਾਬਾਜੀ ਜਾਂ ਵਰਸ਼ਾ ਆ ਉਹਨੂੰ ਫੜ ਕੇ ਵੀ ਲੜ ਸਕਦੇ ਆ, ਛੱਡ ਕੇ ਵੀ ਮਾਰ ਸਕਦੇ। ਜਿਵੇਂ ਹੁਣ ਹਾਥੀ 'ਤੇ ਬੰਦਾ ਆਉਂਦਾ ਉੱਚਾ ਆ, ਆਪਣੇ ਨੂੰ ਮਾਰਨੀ, ਲੇਕਿਨ ਉਹਨੂੰ ਛੱਡ ਕੇ ਆਪਾਂ ਮਾਰ ਸਕਦੇ। ਇੱਥੇ ਆਪਾਂ ਨਿਆਣੇ ਪ੍ਰੈਕਟਿਸ ਕਰਦੇ ਅੱਜ ਵੀ, ਕਿਉਂਕਿ ਅਸੀਂ ਆਪ ਜੀ ਨਾਲ ਮੈਂ ਗੱਲ ਕੀਤੀ ਸੀ ਵੀ ਆਪਾਂ ਘੋੜੇ ਲਿਆਂਦੇ ਆ। ਉਹ ਸਿਰਫ ਆਪਾਂ ਖੋਜ ਸ਼ੁਰੂ ਲੱਗੇ ਕਰਨ ਇੱਥੇ ਵੀ ਜਿਹੜੀ ਪੁਰਾਤਨ ਯੁੱਧ ਕਲਾ ਹੈ ਕੀ ਸੀ, ਉਹਦੇ 'ਤੇ ਕਿੱਦਾਂ ਪ੍ਰੈਕਟੀਕਲ ਆਉਂਦਾ ਸੀ। ਕਈ ਆਪਾਂ ਸ਼ਾਸਤਰ ਦੇਖਦੇ ਹਾਂ ਪਰ ਪ੍ਰੈਕਟੀਕਲ ਦੇ ਵਿੱਚ ਬਹੁਤ ਔਖਾ ਆ। ਜਿਵੇਂ ਪਟਾਇਆ ਅਸੀਂ ਕਰਕੇ ਦੇਖਿਆ ਪਰ ਬਹੁਤ ਔਖਾ ਆ। ਹੁਣ ਹੌਲੀ ਹੌਲੀ ਉਹਦੀ ਪ੍ਰੈਕਟਿਸ ਕੀਤੀ ਆ ਨਾ। ਸਫਾ ਜੰਗ ਆ ਜਿਹੜਾ ਇਹ 2 ਤਾਰਾ? ਨਹੀਂ, ਸਫਾ ਜੰਗ ਤਾਂ ਇੱਕ ਡੰਡਾ ਹੁੰਦਾ ਛੋਟਾ, ਉਹਦੇ ਉੱਤੇ ਮੋਟਾ ਇੱਕ ਬੱਲੇ ਲਾਟੂ ਜਿਹਾ ਲੱਗਾ ਹੁੰਦਾ। ਉਹ ਆਮ ਜਿਵੇਂ ਫੜ ਕੇ ਤੁਰਨ ਵਾਸਤੇ ਹੁੰਦਾ, ਉਹ ਲੋਹੇ ਦਾ ਬਣਿਆ ਹੁੰਦਾ, ਉਹ ਛੋਟਾ ਹੁੰਦਾ, ਸੰਗਲੀ ਪਾਈ ਹੁੰਦੀ। ਹਾਂਜੀ, ਤੇ ਉਹਦੇ 2 ਤਰ੍ਹਾਂ ਦੇ ਰੂਪ ਹੈ। ਇੱਕ ਇੱਦਾਂ ਉਹ ਗਾਤਰੇ 'ਚ ਪਾਉਣ ਵਾਲਾ ਛੋਟਾ ਸ਼ਸਤਰ ਆ, ਤੇ ਜਿਹੜੇ ਵਰਸ਼ੇ ਆ ਇਹ ਵੱਡੇ ਸ਼ਸਤਰ ਫੜ ਕੇ ਚੱਲਣ ਵਾਲੇ ਹੁੰਦੇ ਆ। ਜਿਵੇਂ ਸਭ ਤੋਂ ਪਹਿਲਾਂ ਫੌਜ ਵਰਸ਼ਿਆਂ ਵਾਲੀ ਭੇਜ ਦਿੰਦੇ, ਮੂਹਰੇ ਘੋੜੇ ਆਉਂਦੇ ਆ, ਉਹਨਾਂ ਦੇ ਮੂਹਰੇ ਲਾ ਦੇਣੇ, ਉਸ ਤੋਂ ਬਾਅਦ ਮਗਰ ਢਾਲਾਂ ਤਲਵਾਰਾਂ ਵਾਲੇ ਚੱਲ ਜਾਣੇ।
ਫਿਰ ਤੀਰ ਵਾਲੇ ਹੁੰਦੇ ਪਿੱਛੇ ਵੀ ਉਹਨੇ ਤੀਰ ਮਾਰਨੇ ਆ। ਇਹਦਾ ਅਲੱਗ-ਅਲੱਗ ਮਤਲਬ ਜਿਹੜੇ ਉਹ ਸ਼ਾਸਤਰ ਜਿਹੜੇ ਵਰਤੇ ਜਾਂਦੇ, ਘੋੜਿਆਂ 'ਤੇ ਵਰਤੇ ਜਾਂਦੇ ਆ, ਹੱਥੋਂ ਹੱਥੀ ਜਿਹੜੀ ਲਾਈ ਆ। ਫਿਰ ਕਟਾਰਾਂ ਆਪਣੇ ਕਮਰ ਕੱਸੇ ਦੇ ਵਿੱਚ ਹੁੰਦੀ ਆ। ਜੇ ਮੋਰਲੇ ਨੇ ਸੰਜੋਹ ਪਾਈ ਆ ਆਪਣੀ, ਉੱਥੇ ਕਿਰਪਾਨ ਨੇ ਕੰਮ ਨਹੀਂ ਕਰਨਾ, ਲੋਹਾ ਪਾਇਆ ਉਹਨੇ। ਉੱਥੇ ਲੜਦਿਆਂ ਢਾਰ ਨਾਲ ਉਹਦਾ ਬਾਰ ਰੁਕਣਾ ਅਤੇ ਆਪਣੇ ਦੂਸਰੇ ਹੱਥ ਨਾਲ ਕੱਢ ਕੇ ਕਟਾਰ ਜਿਹੜੀ ਆ, ਕਟਾਰ ਹੋ ਗਿਆ, ਪੇਸ਼ ਕਬਜ਼ ਹੋ ਗਿਆ, ਆਪਣੇ ਖੰਜਰ ਹੋ ਗਿਆ, ਉਹ ਫਿਰ ਮਤਲਬ ਇੱਥੇ ਸੰਜੋਗ ਨੂੰ ਪਾੜਨ ਵਾਸਤੇ ਸ਼ਾਸਤਰ ਵੱਖਰੇ ਹੁੰਦੇ। ਉਹ ਫਿਰ ਜੇ ਆਪਣਾ ਸ਼ਾਸਤਰ ਟੁੱਟ ਗਿਆ ਤਾਂ ਹੈਂਡ ਟੂ ਹੈਂਡ, ਹੱਥੋਂ ਹੱਥੀ ਹੋ ਗਈ। ਅਤੇ ਉਹ ਜਿਹੜੇ ਗਾਤਰੇ ਵਾਲੇ ਮਤਲਬ ਕਮਰ ਕੱਸੇ ਵਾਲੇ ਸ਼ਾਸਤਰ ਛੋਟੇ ਉਹ ਵਰਤੇ ਜਾਂਦੇ ਆ। ਅਤੇ ਜਿਹੜੀ ਬਚਿੱਤਰ ਸਿੰਘ ਹੋਰਾਂ ਵਾਲੀ ਨਾਗਣੀ ਹੈ, ਹਾਂਜੀ, ਉਹ ਕਦੋਂ ਅਤੇ ਕਿਸ ਵੇਲੇ ਇਸਤੇਮਾਲ ਹੁੰਦੇ? ਜਦੋਂ ਆਪ ਤੋਂ ਵੱਡੇ ਜਾਂ ਉੱਚੇ ਥਾਂ 'ਤੇ? ਹਾਂਜੀ, ਉਹ ਜਾਂ ਇੱਕੋ ਹੀ ਉਹਦੀ ਘਟਨਾ ਜਿਹੜੀ ਨਾਗਨੀ ਦੀ ਆਉਂਦੀ ਹੈ ਭਾਈ ਬਚਿੱਤਰ ਸਿੰਘ ਬਾਲੇ, ਜਦੋਂ ਉਹਨੇ ਹਾਥੀ ਦੇ ਉੱਤੇ ਜਿਹੜਿਆਂ ਦੂਜੇ ਪਾ ਕੇ ਸੰਜੋਆਂ ਭੇਜਤਾ ਸੀ ਉਹਨੂੰ, ਪੱਤੀਆਂ ਲਾ ਕੇ, ਮੋਰੇ ਪਲੇਟਾਂ ਲਾ ਕੇ, ਅਤੇ ਉਦੋਂ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਭਾਈ ਬਚਿੱਤਰ ਸਿੰਘ ਨੂੰ ਘੋੜ ਸਵਾਰੀ 'ਤੇ ਭੇਜਿਆ। ਅਤੇ ਉਹਨਾਂ ਨੇ ਜਦੋਂ ਹਾਥੀ ਦੇ ਬਿਲਕੁਲ ਲਾਗੇ ਗਏ ਅਤੇ ਉਹਨਾਂ ਨੇ ਇਹ ਘੋੜੇ ਸਿਖਾਏ ਹੁੰਦੇ ਆ ਵੀ ਉਹਦੀ ਜਦੋਂ ਆਪਾਂ ਲਗਾਮ ਖਿੱਚਦੇ ਹਾਂ ਅਤੇ ਘੋੜਾ ਆਪਣੇ ਪੌੜ ਮੋਰਲੇ ਚੱਕ ਦਿੰਦਾ। ਅਤੇ ਜਦੋਂ ਉਹਨੇ ਪੌੜ ਚੱਕੇ ਅਤੇ ਭਾਈ ਬਚਿੱਤਰ ਸਿੰਘ ਨੇ ਦੋਨਾਂ ਹੱਥਾਂ ਨਾਲ ਜਿਹੜੇ ਉਹ ਮਾਰੇ, ਅਤੇ ਜਦੋਂ ਪੌੜ ਥੱਲੇ ਆਉਣੇ ਸੀ ਘੋੜੇ ਦੇ, ਅਤੇ ਘੋੜੇ ਦਾ ਪ੍ਰੈਸ਼ਰ ਅਤੇ ਆਪਣੇ ਹੱਥ ਦਾ, ਦੋ ਚੀਜ਼ਾਂ ਦਾ ਪੈ ਕੇ ਜਿਹੜਾ ਹਾਥੀ ਦੀਆਂ ਪੱਤੀਆਂ ਪਾੜ ਕੇ ਅਤੇ ਹਾਥੀ ਦੇ ਸਿਰ 'ਚ ਵੱਜਾ ਸੀ। ਕਿਉਂਕਿ ਜੰਗ ਦੇ ਜਿਹੜੀ ਜੰਗੀ ਘੋੜੇ ਹੁੰਦੇ, ਜਿਹੜੇ ਇੱਕ ਆਪਾਂ ਆਮ ਸਵਾਰੀ ਲਈ ਵਰਦੇ, ਕਿ ਜੰਗੀ ਟ੍ਰੇਨਿੰਗ ਵਾਸਤੇ ਹੁੰਦੇ ਆ, ਉਸ ਇਹਦੇ ਲਈ ਟ੍ਰੇਨਡ ਕੀਤੇ ਹੁੰਦੇ ਘੋੜੇ। ਅਤੇ ਬਾਕੀ ਗੁਰਪ੍ਰੀਤ ਸਿੰਘ ਜੀ, ਅਸੀਂ ਆਪਣੀ ਸਿੱਖ ਵਿਰਾਸਤ ਦੀ ਪੂਰੀ ਪਕੜ ਰੱਖ ਰਹੇ ਹਾਂ ਅੱਜ ਦੇ ਜ਼ਮਾਨੇ 'ਚ? ਨਹੀਂ, ਅੱਜ ਜਦੋਂ ਅਸੀਂ ਦੇਖਦੇ ਹਾਂ ਆਪਣੀ ਵਿਰਾਸਤ ਨੂੰ, ਅਤੇ ਕੁਝ ਚੀਜ਼ਾਂ ਦੀ ਸਾਡੇ ਜੀਵਨ 'ਚ ਘਾਟ ਆਈ ਹੈ ਕੌਮ ਦੇ ਵਿੱਚ। ਗੁਰੂ ਸਾਹਿਬ ਜੀ ਦੇ ਵੇਲੇ ਦੇਖਦੇ, ਜਿਵੇਂ ਤੁਸੀਂ ਨਾਗਣੀ ਦਾ ਜ਼ਿਕਰ ਕੀਤਾ ਨਾ, ਇਹ ਗੁਰੂ ਸਾਹਿਬ ਜੀ ਦੇ ਆਪਣੇ ਕਾਰਖਾਨੇ ਵਿੱਚ ਬਣੀ ਹੈ। ਅੱਛਾ ਜੀ। ਜਿਹੜਾ ਅਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਦਾ ਇੱਕ ਕਿਲ੍ਹਾ ਆ, ਲੋਹਗੜ੍ਹ ਦਾ ਕਿਲ੍ਹਾ, ਉਹਦੇ ਵਿੱਚ ਲੋਹੇ ਦੇ ਸ਼ਸਤਰ ਬਣਦੇ ਸਨ, ਅਤੇ ਉਸ ਆਪਣੇ ਕਾਰਖਾਨੇ ਦੇ ਵਿੱਚ ਗੁਰੂ ਸਾਹਿਬ ਜੀ ਦੀ ਨਾਗਣੀ ਬਣੀ ਹੋਈ। ਬਾਕੀ ਸ਼ਸਤਰ ਵੀ ਜਿਹੜੇ ਬਣਦੇ ਸੀ, ਵੀ ਗੁਰੂ ਸਾਹਿਬ ਜੀ ਨੇ ਆਪਣਾ ਇਹ ਕਾਰਖਾਨਾ ਤਿਆਰ ਕੀਤਾ ਸੀ, ਸ਼ਸਤਰ ਬਣਾਉਣ ਵਾਲਾ ਵੀ ਜਿਹੜਾ। ਅਤੇ ਦੂਜੀ ਗੱਲ ਜਿਹੜੀ, ਅੱਜ ਆਪਾਂ ਜਦੋਂ ਵਿਰਾਸਤ ਨੂੰ ਦੇਖਦੇ ਹਾਂ, ਅੱਜ ਅਸੀਂ ਆਪਣੀ ਅਸਲੀ ਵਿਰਾਸਤ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ। ਬਹੁਤ ਸਾਰੀਆਂ ਕਮੀਆਂ, ਭਾਵੇਂ ਉਹ ਬਾਣੇ ਕਰਕੇ ਆ, ਭਾਵੇਂ ਬਾਣੀ ਕਰਕੇ ਸਾਡੇ ਜੀਵਨ 'ਚ ਆ ਰਹੀਆਂ। ਜਿਹੜੀ ਸ਼ਸਤਰ ਵਿਦਿਆ ਗੁਰੂ ਨੇ ਸਿਖਾਈ ਸੀ, ਅੱਜ ਉਹ ਤੋਂ ਵੀ ਸਾਡੇ ਬੱਚੇ ਜਿਹੜੇ ਆ ਦੂਰ ਹੁੰਦੇ ਜਾ ਰਹੇ। ਕਈ ਜਗ੍ਹਾ ਇਹੋ ਜਿਹੇ ਸਿੰਘ ਸੁਚੇਤ ਨੇ ਜਿਹੜੇ ਬੱਚਿਆਂ ਨੂੰ ਸੁਚੇਤ ਕਰਦੇ ਨੇ, ਪਰ ਕੌਮੀ ਪੱਧਰ 'ਤੇ ਦੇਖਿਆ ਜਾਵੇ, ਭਾਵੇਂ ਸਾਡੀਆਂ ਜਿਹੜੀਆਂ ਸਭ ਤੋਂ ਵੱਡੀਆਂ ਸੰਸਥਾਵਾਂ ਨੇ ਜਾਂ ਤਖਤ ਸਾਹਿਬ ਨੇ, ਉਹਨਾਂ ਦੇ ਲੈਵਲ 'ਤੇ ਕੋਈ ਇਹੋ ਜਿਹੇ ਉਪਰਾਲੇ ਨਹੀਂ ਹੋ ਰਹੇ ਕਿ ਆਪਾਂ ਆਪਣੀ ਵਿਰਾਸਤ ਨੂੰ ਸੰਭਾਲ ਸਕੀਏ। ਇਹਦੇ ਵਿੱਚ ਬਹੁਤ ਸਾਰੀ ਕਮੀ ਆ ਰਹੀ ਹੈ। ਸਰ ਸਾਹਿਬ, ਜਿਹੜੇ ਘੋੜਾ ਸਿੱਖ ਸੱਭਿਆਚਾਰ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਰਿਹਾ। ਅੱਜ ਬੇਸ਼ੱਕ ਅਸੀਂ ਵੈਸਟਰਨ ਵਰਲਡ 'ਚ ਦੇਖਦੇ ਹਾਂ ਕਾਊਬੋਇਜ਼, ਰੋਡੀਓ ਅਤੇ ਹੋਰ ਘੋੜਿਆਂ ਦੇ ਨਾਲ ਬਹੁਤ ਸਾਰੀਆਂ ਇਹਨਾਂ ਦੀਆਂ ਖੇਡਾਂ ਜੁੜੀਆਂ ਹੋਈਆਂ ਨੇ, ਲੇਕਿਨ ਅਜ਼ਲਾਂ ਤੋਂ ਹੀ ਸਿੱਖ ਘੋੜਿਆਂ ਦੀ ਕਾਠੀਆਂ 'ਤੇ ਕਹਿੰਦੇ ਸੌਂਦੇ ਰਹੇ ਔਰ ਘੋੜਿਆਂ ਦੇ ਉੱਤੇ ਚੜ੍ਹ ਕੇ ਜੰਗਾਂ ਲੜੀਆਂ ਨੇ। ਘੋੜਾ ਜਿਹੜਾ ਸੀ ਸਿੱਖਾਂ ਦਾ, ਸਿੱਖ ਜਿਹੜਾ ਕਲਚਰ ਦਾ ਬਹੁਤ ਵੱਡਾ ਪ੍ਰਤੀਕ ਸਮਝਿਆ ਗਿਆ। ਘੋੜਿਆਂ ਬਾਰੇ ਸਾਨੂੰ ਦੱਸੋ। ਮੈਨੂੰ ਪਤਾ ਲੱਗਾ ਤੁਸੀਂ ਵੀ ਕੁਛ ਘੋੜੇ ਇੱਥੇ ਲੈ ਕੇ ਆਏ ਹੋ ਸਰੀ 'ਚ। ਹਾਂਜੀ, ਇਸ ਤਰ੍ਹਾਂ ਜੀ, ਜਿਹੜਾ ਘੋੜ ਸਵਾਰੀ ਉਹ ਤਾਂ ਮੈਂ ਪਹਿਲੇ ਦੱਸਿਆ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਕਿਹਾ ਸੀ ਵਧੀਆ ਸ਼ਾਸਤਰ ਅਤੇ ਵਧੀਆ ਘੋੜੇ ਲੈ ਕੇ ਮੇਰੇ ਦਰਸ਼ਨਾਂ ਨੂੰ ਜਿਹੜਾ ਆਉਣਾ ਉਹ ਲੈ ਕੇ ਆਓ। ਸੋ ਮਹਾਰਾਜ ਦੇ ਸਮੇਂ ਬਹੁਤ ਮਹਿੰਗੇ ਉਸ ਸਮੇਂ ਦੇ ਰਾਜੇ ਮਹਾਰਾਜਿਆਂ ਨਾਲ ਵੀ ਮਹਿੰਗੇ ਘੋੜੇ ਜਿਹੜੇ ਆ ਗਲਬਾਗ ਅਤੇ ਦਿਲਬਾਗ ਜਿਹੜੇ ਮਹਾਰਾਜ ਵਾਸਤੇ ਲੈ ਕੇ ਆਏ ਸੀ, ਅਤੇ ਜਿਹੜੇ ਬਾਬਾ ਬਿਧੀ ਚੰਦ ਦੀ ਹਿਸਟਰੀ ਜੁੜੀ ਵੀ ਉਹ ਲੈ ਕੇ ਆਏ ਸੀਗੇ। ਸੋ ਇੱਥੇ ਵੀ ਜਦੋਂ ਆਪਾਂ ਆਏ, ਅਸੀਂ ਇੰਡੀਆ ਵੀ ਰੱਖੇ ਸੀ ਘੋੜੇ। ਪੰਜਾਬ ਦੇ ਵਿੱਚ ਮੇਰੇ ਕੋਲ ਸੀਗੇ ਘੋੜੇ, ਅਤੇ ਅਸੀਂ ਉੱਥੇ ਕੀਲੇ ਪੜ੍ਹਦੇ ਸੀ, ਜਿਵੇਂ ਆਪਾਂ ਅਨੰਦਪੁਰ ਸਾਹਿਬ ਦੇਖਦੇ ਹਾਂ। ਅਤੇ ਉੱਥੇ ਅਸੀਂ ਚੰਡੀਗੜ੍ਹ ਇੱਕ ਨਗਰ ਕੀਤਾ, ਉੱਥੇ ਯੁੱਧ ਕਲਾ ਵੀ ਕੀਤੀ ਸੀ, ਕਿਉਂਕਿ ਮੈਨੂੰ ਸ਼ੌਂਕ ਸੀ ਵੀ ਜਿਹੜਾ ਸਾਡਾ ਪੁਰਾਤਨ ਵਿਰਸਾ ਸਾਡੇ ਕੋਲ ਹੋਣਾ ਚਾਹੀਦਾ। ਅੱਜ ਅਸੀਂ ਉਹਨੂੰ ਛੱਡ ਰਹੇ ਹਾਂ। ਅਸੀਂ ਇਕੱਲੇ ਕੀਲੇ ਪੱਟਣ ਤੱਕ ਸੀਮਿਤ ਰਹਿ ਗਏ, ਪਰ ਘੋੜੇ ਤਾਂ ਯੁੱਧ ਲਈ ਵਰਤੇ ਜਾਂਦੇ ਸੀ। ਯੁੱਧ ਕਲਾ ਸਾਡੇ 'ਚੋਂ ਸਮਾਪਤ ਹੋ ਰਹੀ ਆ, ਅਤੇ ਉਹ ਜ਼ਿਆਦਾ ਮੇਰੇ ਅੰਦਰ ਜਦੋਂ ਮਹਾਰਾਜ ਵੱਲੋਂ ਸੀਗੀ ਵੀ ਇਹ ਆਪਾਂ ਸ਼ੁਰੂ ਕਰੀਏ। ਸੋ ਇੱਥੇ ਸਮਾਂ ਮਿਲਿਆ ਕੈਨੇਡਾ ਦੇ ਵਿੱਚ, ਆਪਾਂ ਆਜ਼ਾਦ ਹਾਂ, ਇੱਥੇ ਆਪਾਂ ਜੋ ਮਰਜ਼ੀ ਕਰ ਸਕਦੇ ਹਾਂ। ਅਤੇ ਇੱਥੇ 10 ਸਾਲ ਦੀ ਮਿਹਨਤ ਤੋਂ ਬਾਅਦ ਹੁਣ ਮਹਾਰਾਜ ਨੇ ਕਿਰਪਾ ਕੀਤੀ। ਅਤੇ ਜਦੋਂ ਅਸੀਂ ਇੱਥੇ ਇਹਨਾਂ ਨਾਲ ਲੋਕਾਂ ਨਾਲ ਕਰਦੇ, ਇਹ ਘੋੜਿਆਂ ਨਾਲ ਬਹੁਤ ਜੁੜੇ ਹੋਏ ਨੇ। ਜਿਵੇਂ ਬੱਚਿਆਂ ਨਾਲ ਪਿਆਰ ਕਰਦੇ, ਲੋਕ ਘੋੜਿਆਂ ਨਾਲ ਕਰਦੇ, ਅਸੀਂ ਨਹੀਂ ਕਰਦੇ। ਬਿਲਕੁਲ, ਮੈਂ ਸਪਸ਼ਟ ਕਰਨੀ ਚਾਹੁੰਦਾ, ਅਸੀਂ ਕਈ ਵਾਰ ਘੋੜਾ ਵੇਚਣ ਲੱਗੇ ਦੇਖਦੇ ਨਹੀਂ ਲੈ ਕੇ ਕੌਣ ਚੱਲਿਆ, ਪਰ ਇਹ ਘੋੜਾ ਵੇਚਣ ਲੱਗੇ ਦੇਖਦੇ ਵੀ ਆ, ਉਸ ਤੋਂ ਬਾਅਦ ਚੈੱਕ ਵੀ ਕਰਦੇ ਵੀ ਮੇਰੇ ਬੱਚੇ ਨੂੰ ਵਧੀਆ ਜਗ੍ਹਾ ਮਿਲੀ ਕਿ ਨਹੀਂ ਮਿਲੀ।
ਇਕੱਲੇ ਪੈਸੇ ਤੱਕ ਸੀ? ਨਹੀਂ ਦਿੰਦੇ ਨਹੀਂ, ਪੈਸੇ ਨੂੰ ਘੋੜਾ ਨਹੀਂ ਦਿੰਦੇ ਇਹ। ਅਸੀਂ ਘੋੜੇ ਲੈਣੇ ਸੀ, ਕਈਆਂ ਨਾਲ ਅਸੀਂ ਗੱਲਬਾਤ ਕੀਤੀ, ਉਹ ਐਂਡ ਤੇ ਸਾਨੂੰ ਜਵਾਬ ਦਿੰਦੇ ਰਹੇ। ਫਿਰ ਅਸੀਂ ਇੱਥੇ ਜਿਹੜੀ ਸਾਡੇ ਇੰਸਟ੍ਰਕਟਰ ਜਿਹਦੇ ਕੋਲ ਅਸੀਂ ਜਾਂਦੇ ਹੁੰਦੇ ਹਾਂ, ਅਸੀਂ ਤਾਂ ਮੈਂ ਤਾਂ ਇੰਡੀਆ ਸਿੱਖਿਆ ਹਾਂ, ਪਰ ਜਿਹੜੇ ਹੋਰ ਬੱਚੇ ਵੀ ਜਾਂਦੇ ਸਾਡੇ ਨਾਲ, ਅਸੀਂ ਕੰਪੀਟੀਸ਼ਨ ਕਰਦੇ ਘੋੜਿਆਂ ਦੇ ਉੱਤੇ, ਇਹਨਾਂ ਨਾਲ ਮਾਰਸ਼ਲ ਆਰਟ ਦਾ, ਅਤੇ ਮਹਾਰਾਜ ਦੀ ਕਿਰਪਾ ਨਾਲ ਜਿੱਤੇ ਵੀ ਆਪਾਂ ਬਹੁਤ ਵਾਰੀ। ਇਸੇ ਕਰਕੇ ਸਾਨੂੰ ਆਪਣੇ ਘੋੜੇ ਲੈਣੇ ਪੈਣੇ ਸੀ ਵੀ ਸਾਡੇ ਕੋਲ ਆਪਣੇ ਹੋਣਗੇ, ਅਸੀਂ ਆਪਣੇ ਤਰੀਕੇ ਨਾਲ ਉਹਨਾਂ ਨਾਲ ਖੇਡਾਂਗੇ। ਸੋ ਉਹਨਾਂ ਨੂੰ ਅਸੀਂ ਪੁੱਛਿਆ, ਉਹ ਕਹਿੰਦੇ ਨਹੀਂ, ਸਾਨੂੰ ਪਹਿਲਾਂ ਦੱਸੋ ਕਿਸ ਜਗ੍ਹਾ ਰੱਖਣੇ ਆ, 1 ਮਹੀਨੇ ਵਾਸਤੇ ਤੁਸੀਂ ਘੋੜਾ ਲੈ ਜਾਓ, ਤੁਸੀਂ ਉਹਨੂੰ ਚੰਗਾ ਰੱਖੋਗੇ ਫਿਰ ਤੁਸੀਂ ਸਾਨੂੰ ਪੈਸੇ ਦਿਓ, ਇੱਦਾਂ ਵੀ। ਅਤੇ ਜਿਹੜੇ ਅਸੀਂ ਦੁਨੀਆ ਦਾ ਨੰਬਰ 1 ਆ ਅੱਖਰ ਟਿੱਕ ਕੇ ਘੋੜੇ। ਅੱਛਾ ਜੀ। ਦੁਨੀਆ ਦੇ ਨੰਬਰ 1 ਆ, ਜੰਗੀ ਆ, ਉਹ ਰੂਸ ਦੇ ਘੋੜੇ ਆ। ਉਹ ਕੈਨੇਡਾ ਦੇ ਵਿੱਚ ਤਾਂ ਬਹੁਤ ਘੱਟ ਆ, USA 'ਚ ਹੈਗੇ ਆ, ਉੱਦਾਂ ਵੀ ਤਕਰੀਬਨ 10,000 ਹੀ ਆ ਕਹਿੰਦੇ ਦੁਨੀਆ 'ਚ। ਅਤੇ ਜੰਗੀ ਨਸਲ ਦੀ ਆ ਉਹ। ਅਤੇ ਉਹ ਮੈਂ ਇੱਦਾਂ ਨੈੱਟ ਦੇ ਉੱਤੇ ਦੇਖਿਆ ਅਤੇ ਗੱਲ ਕੀਤੀ, ਅਤੇ ਉਹਨੇ ਸਾਨੂੰ ਕਿਹਾ ਵੀ ਪਹਿਲਾਂ ਤੁਸੀਂ ਆਪਣੀ ਫੇਸਬੁੱਕ ਦਿਓ ਸਾਨੂੰ, ਮੈਂ ਚੈੱਕ ਕਰੂੰਗੀ ਤੁਸੀਂ ਘੋੜਿਆਂ ਦੇ ਲਾਇਕ ਹੈਗੇ ਆ ਕਿ ਨਹੀਂ। ਕਿਉਂਕਿ ਆਪਣੇ ਕਲਚਰ ਵਿੱਚ ਆਪਾਂ ਇਹਨਾਂ ਨੂੰ ਬਹੁਤਾ ਸ਼ੋ ਅਪ ਨਹੀਂ ਕੀਤਾ। ਕੈਨੇਡਾ ਦੇ ਵਿੱਚ ਬਹੁਤਾ ਸਾਡਾ ਨਾਂ ਨਹੀਂ ਗਾ ਘੋੜਿਆਂ ਦੇ ਵਿੱਚ, ਉਹਨਾਂ ਨੂੰ ਪਤਾ ਨਹੀਂ ਸਾਡਾ। ਅਤੇ ਸਾਡੀਆਂ ਵੀਡੀਓ ਹੈਗੀਆਂ ਮੇਰੇ ਕੋਲ 200-250 ਫਰੈਂਡ ਆ ਜਿਹੜੇ ਗੋਰੇ ਅਤੇ ਅਰਬ ਦੇ ਲੋਕ ਮੇਰੇ ਨਾਲ ਜੁੜੇ ਆ, ਅਤੇ ਉਹਨਾਂ ਨੂੰ ਪਤਾ, ਪਰ ਉਹ ਇੱਥੇ ਘੱਟ ਆ ਲੋਕ, ਇੱਥੇ ਬਹੁਤਿਆਂ ਨੂੰ ਪਤਾ ਆ। ਅਸੀਂ ਜਾਂਦੇ ਹਾਂ ਸਾਰੀਆਂ ਜਗ੍ਹਾ 'ਤੇ ਜਾਂਦੇ ਹਾਂ, ਮੈਂ ਇੱਥੇ ਇਹਨਾਂ ਦੇ ਜਿਹੜੇ ਕਲੱਬ ਆ ਉੱਥੇ ਜਾ ਕੇ ਬੱਚਿਆਂ ਨੂੰ ਸਿਖਾਉਂਦਾ ਹਾਂ ਨਾਲ ਹੋ ਕੇ, ਕਿਉਂਕਿ ਆਪਾਂ ਜਿਹੜਾ ਮਾਰਸ਼ਲ ਆਰਟ ਸਿਖਾਉਂਦੇ ਉਹ ਨਹੀਂ ਕਰਦੇ, ਉਹ ਆਪਾਂ ਅਲੱਗ ਕਰਦੇ ਹਾਂ। ਫਿਰ ਉਹਨਾਂ ਦੇ ਇੰਸਟ੍ਰਕਟਰ ਕੋਲ ਖੜ੍ਹੇ ਹੋ ਜਾਂਦੇ, ਤਾਂ ਮੈਂ ਉਹਨਾਂ ਨੂੰ ਆਪਣਾ ਸਿਖਾਉਂਦਾ। ਅਤੇ ਉਹਨੇ ਸਾਡੀ ਫੇਸਬੁੱਕ ਲੈ ਕੇ ਰਾਤ ਨੂੰ ਪੜ੍ਹ ਕੇ ਸਵੇਰੇ ਸਾਨੂੰ ਹਾਂ ਕੀਤੀ, ਕਹਿੰਦੀ ਮੈਂ ਤੁਹਾਡੀ ਹਿਸਟਰੀ ਪੜ੍ਹੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ, ਤੁਹਾਡੇ ਲਈ ਸਾਡੇ ਨਾਲੋਂ ਵੀ ਜ਼ਿਆਦਾ ਅਹਿਮੀਅਤ ਹੈ ਘੋੜੇ ਦੀ, ਤਾਂ ਤੁਸੀਂ ਆ ਜਾਓ। ਮੈਂ ਤੁਹਾਡੇ ਤੋਂ ਬਹੁਤ ਪੈਸੇ ਲੈਣੇ ਸੀ, ਪਰ ਮੈਂ ਅੱਧ ਰੇਟ 'ਚ 2 ਦਊਂਗੀ ਤੁਹਾਨੂੰ। ਅਸੀਂ ਜਾ ਕੇ ਗੱਲਬਾਤ ਕੀਤੀ, ਅਸੀਂ ਕਿਹਾ ਸਾਡੇ ਕੋਲ ਤਾਂ ਇੰਨੇ ਕੁ ਪੈਸੇ ਆ, ਕਹਿੰਦੀ ਲੈ ਜਾਓ। ਅਤੇ ਅਸੀਂ ਉਹ ਲਿਆਂਦੇ, ਬਹੁਤ ਵਧੀਆ ਮਹਾਰਾਜ ਦੀ ਕਿਰਪਾ। 5 ਘੋੜੇ ਆ ਤੁਹਾਡੇ ਕੋਲ? ਹਾਂਜੀ 5 ਘੋੜੇ ਨੇ ਸਾਡੇ ਕੋਲ ਇਸ ਵੇਲੇ ਇੱਥੇ। ਅਤੇ 2 ਅਸੀਂ ਉੱਥੋਂ ਲੈ ਕੇ ਅਸੀਂ ਪਹਿਲਾਂ ਲੈ ਲਏ, 2 ਮੈਕੋ ਜਿਹੜੇ ਫਰਨੀਚਰ ਵਾਲੇ ਉਹਨਾਂ ਦੇ ਸੀਗੇ, ਅਤੇ ਗੁਰੂ ਨਾਨਕ ਦਲ ਮੜੀਆਂ ਵਾਲੇ ਸਾਹਿਬ ਸਿੰਘ ਹੁਣੀ ਉਹਨਾਂ ਨੇ ਲਿਆਂਦੇ ਸੀ, ਉਹ ਵੀ ਹੁਣ ਇੱਥੇ ਸਾਡੇ ਕੋਲ ਨਾਲ ਹੀ ਇਕੱਠੇ। ਅਸੀਂ ਸੱਭਰਵਾਲ ਸਾਹਿਬ ਨੇ ਲਿਆ ਇੱਕ ਸੱਭਰਵਾਲ ਸਾਹਿਬ ਕੋਲ ਅੱਗੇ, ਉਹਨਾਂ ਦਾ ਬੱਚਾ ਜਿਹੜਾ ਆ ਉਹ ਜੰਪਿੰਗ ਦੇ ਵਿੱਚ ਹਿੱਸਾ ਲੈਂਦਾ। ਸੋ ਜਿਹੜੇ ਘੋੜਿਆਂ ਦੇ ਉੱਤੇ ਪੁਰਾਤਨ ਸਮੇਂ ਦੇ ਵਿੱਚ ਸੀਗਾ ਵੀ ਉਹਨਾਂ 'ਤੇ ਸੌਣਾ, ਉਹ ਬਹੁਤ ਜੁੜੇ ਹੋਏ ਸੀ। ਦੂਜੀ ਗੱਲ, ਆਪਾਂ ਦਿਨ ਭਰ ਕੰਮ ਕਰਦੇ ਹਾਂ, ਆਪਾਂ ਜਦੋਂ ਘੋੜੇ ਕੋਲ ਜਾਂਦੇ ਜਿਹੜੀ ਸਾਡੀ ਸਾਰੇ ਦਿਨ ਦੀ ਥਕਾਵਟ ਉਹ ਲੈ ਜਾਂਦੀ। ਅਤੇ ਜ਼ਿਆਦਾਤਰ ਇੱਥੇ ਜਿਹੜੀਆਂ ਲੇਡੀਜ਼ ਆ ਉਹ ਘੋੜਿਆਂ ਨਾਲ ਜ਼ਿਆਦਾ ਜੁੜੀਆਂ, ਜਿਹੜੀ ਇੱਥੇ ਵੈਸਟਰਨ ਕਲਚਰ। ਮੈਂ ਉਹਨਾਂ ਨੂੰ ਪੁੱਛਿਆ ਵੀ ਕਿਉਂ, ਉਹ ਕਹਿੰਦੇ ਵੀ ਜਿਹੜੀ ਲੇਡੀਜ਼ ਉਹ ਚਾਹੁੰਦੀ ਹੁੰਦੀ ਮੇਰੇ ਵੀ ਕੋਈ ਆਖੇ ਲੱਗੇ, ਅਤੇ ਜਿਹੜਾ ਘੋੜਾ ਆ ਉਹ ਬਹੁਤ ਜ਼ਿਆਦਾ ਕਹਿਣੇਕਾਰ ਆ। ਜਦੋਂ ਉਹਦੇ ਕੋਲ ਜਾਂਦੇ ਆ ਉਹਨੂੰ ਇੱਦਾਂ ਸੱਦਦੇ ਆ, ਇੱਦਾਂ ਕਈ ਮੈਂ ਦੇਖਿਆ ਵੀ ਉਹ ਚੜ੍ਹਦੀਆਂ ਨਹੀਂ, ਜ਼ਿਆਦਾ ਓਲਡ ਲੇਡੀਜ਼ ਹੈਗੀਆਂ, ਉਹ ਸਿਰਫ ਘੋੜੇ ਕੋਲ ਜਾ ਕੇ ਉਹਨਾਂ ਨੂੰ ਪੱਠਾ ਪਾ ਦੇਣਾ, ਦੇਖ ਲੈਣਾ, ਤਾਂ ਉਹਦੇ ਨਾਲ ਹੋਇਆ। ਇਹ ਸਾਡੇ ਨਾਲ ਜੁੜਿਆ ਹੋਇਆ ਸੀ, ਪਰ ਇਹ ਸੀ ਸਾਡੇ ਕੋਲ ਜੰਗ ਲਈ ਅਤੇ ਸ਼ੌਂਕ ਲਈ ਵੀ, ਸਫ਼ਰ ਵਾਸਤੇ ਵੀ ਸੀ। ਅਤੇ ਜਿਹੜੇ ਨਿਹੰਗ ਸਿੰਘਾਂ ਕੋਲ ਜਾਂ ਸਿੱਖਾਂ ਕੋਲ ਸੀ, ਉਹ ਜੰਗ ਵਾਸਤੇ ਜ਼ਿਆਦਾ ਵਰਤੇ ਜਾਂਦੇ ਜਾਂ ਸਫ਼ਰ ਵਾਸਤੇ ਵਰਤੇ ਜਾਂਦੇ। ਪਰ ਅੱਜ ਦੇ ਸਮੇਂ ਜਿਹੜਾ ਅਸੀਂ ਉਸ ਵਿਰਸੇ ਨੂੰ ਛੱਡ ਰਹੇ ਹਾਂ, ਸਾਡੇ ਕੋਲ ਜਿਹੜੀ ਵਿੱਦਿਆ ਉਹ ਇੱਕ ਜ਼ਿਆਦਾ ਕੀਲੇ ਪੱਟਣ ਦੀ ਰਹਿ ਗਈ। ਅਤੇ ਜਦ ਕਿ ਮੈਂ ਅੱਜ ਵੀ ਸ਼ਾਮ ਨੂੰ 5 ਵਜੇ ਅਸੀਂ ਜਾਣਾ ਹੈ, ਅਤੇ 27 ਤਰੀਕ ਨੂੰ ਇੱਕ ਪ੍ਰੋਗਰਾਮ ਇਹਨਾਂ ਦਾ ਹੁੰਦਾ ਆ, ਜਿਹੜਾ ਵੈਸਟਰਨ ਵਾਲਿਆਂ ਦਾ ਹੁੰਦਾ, ਉਹ ਵਿਕਟੋਰੀਆ ਅਤੇ ਕੈਨੇਡੀਅਨ ਦਾ ਹੁੰਦਾ। ਉਹਦੇ ਵਿੱਚ ਕਹਿੰਦੇ, ਮੈਨੂੰ ਕੱਲ੍ਹ ਹੀ ਦੱਸਿਆ ਉਹਨੇ, ਸਾਡੀ ਇੰਸਟ੍ਰਕਟਰ ਨੇ, ਵੀ ਸਾਰਾ ਦਿਨ ਯੁੱਧ ਪੁਰਾਤਨ ਕਲਾ ਵਾਂਗੂ ਲੜਿਆ ਜਾਂਦਾ। ਅਗਰ ਤੁਸੀਂ ਜਾਣਾ ਆ, ਤੁਸੀਂ ਮੌਕੇ 'ਤੇ ਡਿਸਾਈਡ ਕਰ ਸਕਦੇ ਆ ਵੀ ਅਸੀਂ BC ਵੱਲ ਜਾਣਾ, ਮਤਲਬ ਇੱਧਰ ਵਾਲਿਆਂ ਜਾਣਾ ਕਿ ਵਿਕਟੋਰੀਆ ਵੱਲ ਜਾਣਾ, ਤੁਸੀਂ ਕੰਪੀਟੀਸ਼ਨ 'ਚ ਭਾਗ ਲੈ ਸਕਦੇ। ਮੈਂ ਰੋਡੀਓਜ਼ ਦੇਖਿਆ, ਬਹੁਤ ਸਾਰੀਆਂ ਇਸਤਰੀਆਂ ਵੀ ਬਹੁਤ ਅੱਛੀਆਂ ਘੋੜਸਵਾਰ, ਬਹੁਤ ਜ਼ਿਆਦਾ। ਹਾਂਜੀ। ਸੋ ਜਿਹੜਾ ਘੋੜਾ ਇਹ ਸਿੱਖ ਵਿਰਸੇ ਦਾ ਬਹੁਤ ਮਹੱਤਵਪੂਰਨ ਹਿੱਸਾ, ਬਹੁਤ ਅਹਿਮ ਅੰਗ ਹੈ। ਇਹ ਜਿਹੜਾ ਘੋੜਾ ਆ, ਜਦੋਂ ਅਸੀਂ ਇਹਦਾ ਪੜ੍ਹਦੇ ਹਾਂ, ਇੰਨਾ ਸਿਆਣਾ ਜਾਨਵਰ ਆ ਕਿ ਜਦੋਂ ਆਪਾਂ ਗੁਰੂ ਸਾਹਿਬ ਜੀ ਦਾ ਇਤਿਹਾਸ ਪੜ੍ਹੀ ਨਾ, ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਲਹਿਣੇ ਦੇ ਰੂਪ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆਏ ਨੇ ਪਹਿਲੀ ਵਾਰੀ, ਉਦੋਂ ਵੀ ਇਤਿਹਾਸ ਦੱਸਦਾ ਕਿ ਘੋੜੇ 'ਤੇ ਚੜ੍ਹੇ ਹੋਏ ਆਏ ਨੇ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਖੇਤਾਂ 'ਚ ਕੰਮ ਕਰਦੇ ਨੇ, ਉਹਨਾਂ ਨਾਲ ਲੈ ਕੇ ਜਾਂਦੇ ਨੇ। ਉਹਨੂੰ ਕਹਿੰਦੇ ਘੋੜਾ ਇੱਥੇ ਬੰਨ੍ਹ ਕੇ ਅੰਦਰ ਆ ਜਾਓ, ਗੁਰੂ ਸਾਹਿਬ ਦਰਸ਼ਨ ਕਰਦੇ ਨੇ। ਉਸ ਤੋਂ ਬਾਅਦ ਘੋੜੇ ਜਾਂ ਘੋੜੀ ਦਾ ਇੰਨਾ ਸੰਬੰਧ ਆ ਕਿ ਇੱਕ ਵਾਰ ਗੁਰੂ ਅੰਗਦ ਦੇਵ ਮਹਾਰਾਜ ਜੀ ਛੁਪ ਜਾਂਦੇ ਨੇ, ਅਤੇ ਜੇ ਸੰਗਤ ਲੱਭਦੀ ਆ ਅਤੇ ਬਾਬਾ ਬੁੱਢਾ ਜੀ ਆਖਦੇ ਉਹਨਾਂ ਦੀ ਜਿਹੜੀ ਘੋੜੀ ਆ ਜਾਂ ਘੋੜਾ, ਉਹਨੂੰ ਛੱਡ ਦਿਓ। ਹੌਲੀ ਹੌਲੀ ਉਹਨੂੰ ਸੰਗਤ ਨੂੰ ਲੈ ਕੇ ਉੱਥੇ ਪਹੁੰਚ ਜਾਂਦੀ ਜਿੱਥੇ ਗੁਰੂ ਸਾਹਿਬ ਜੀ ਹੁੰਦੇ ਨੇ। ਭਾਵ ਕਿ ਇਹਦੀ ਸਿਆਣਪ ਜਿਹੜੀ ਹੈ, ਘੋੜੇ ਦਾ ਲਗਾਅ ਜਿਹੜਾ ਆ, ਇਹ ਇੰਨਾ ਜ਼ਿਆਦਾ ਆ, ਆਮ ਹੀ ਆਪਾਂ ਦੇਖਦੇ ਹਾਂ। ਅਤੇ ਗੁਰੂ ਸਾਹਿਬ ਜੀ ਦੇ ਵੇਲੇ 'ਤੇ ਜਿਹੜੇ ਘੋੜੇ ਸੀ, ਉਹਨਾਂ ਦਾ ਅਥਾਹ ਉਹਨਾਂ ਨਾਲ ਪਿਆਰ ਸੀ। ਅੱਜ ਵੀ ਤੁਸੀਂ ਦੇਖੋ, ਜਦੋਂ ਹੋਲਾ ਮਹੱਲਾ ਕੱਢਿਆ ਜਾਂਦਾ ਨਾ, ਇੱਕ ਘੋੜੇ ਨੂੰ ਇਸ ਢੰਗ ਨਾਲ ਸਜਾਇਆ ਜਾਂਦਾ, ਇਸ ਤਰ੍ਹਾਂ ਰੱਖਿਆ ਜਾਂਦਾ ਕਿ ਇਹ ਸਾਡੇ ਗੁਰੂ ਸਾਹਿਬ ਜੀ ਦਾ ਹੀ ਘੋੜਾ ਆ। ਸੋ ਭਾਵ ਕਿ ਇਹਦਾ ਸੰਬੰਧ ਜਿਹੜਾ ਆ ਸਾਡੇ ਪੰਜਾਬੀ ਕਲਚਰ ਨਾਲ, ਸਿੱਖ ਕਲਚਰ ਦੇ ਨਾਲ ਜਿਹੜਾ ਆ, ਇਹ ਸ਼ੁਰੂ ਤੋਂ ਹੀ ਜੁੜਿਆ ਹੋਇਆ। ਹਾਂਜੀ। ਸੋ ਇਸ ਤੋਂ ਬਿਨਾਂ ਜਿਹੜੀ ਯੁੱਧ ਕਲਾ ਅਤੇ ਤੀਰ ਅੰਦਾਜ਼ੀ ਵਗੈਰਾ ਤੁਸੀਂ ਸਾਰਾ ਕੁਛ ਸਿਖਾਉਂਦੇ ਹੋ ਹੁਣ? ਹਾਂਜੀ। ਜਿਹੜੀ ਤੀਰ ਅੰਦਾਜ਼ੀ, ਉਹ ਆਪਾਂ ਜਿਹੜੀ 2 ਤਰ੍ਹਾਂ ਦੀ ਤੀਰ ਅੰਦਾਜ਼ੀ ਆ, ਕਿ ਜਿਹੜੀ ਓਲੰਪਿਕ ਦੇ ਵਿੱਚ ਆ,
ਇੱਕ ਹੈਗੀ ਟ੍ਰੈਡੀਸ਼ਨਲ ਆਰਚਰੀ ਜੋ ਯੁੱਧ ਵਿੱਚ ਵਰਤੀ ਜਾਂਦੀ ਆ। ਜਿਹੜੀ ਓਲੰਪਿਕ ਵਾਲੀ ਉਹ ਆਪਾਂ ਨੂੰ ਪਤਾ ਵੀ ਖੜ ਕੇ ਪੂਰਾ ਨਿਸ਼ਾਨਾ ਲਾ ਕੇ ਛੱਡਿਆ ਜਾਂਦਾ, ਪਰ ਜਿਹੜੀ ਟ੍ਰੈਡੀਸ਼ਨਲ ਆਰਚਰੀ ਆ ਉਹ ਇੱਥੇ ਹੈਗਾ। ਸਾਨੂੰ ਅਸੀਂ ਗਏ ਸੀ ਦੇਖਣ ਤੇ ਉਹਨਾਂ ਦੇ ਪ੍ਰੋਗਰਾਮ ਦੇਖਿਆ, ਫਿਰ ਮੈਂ ਤਾਂ ਇੰਡੀਆ ਕਰਦਾ ਰਿਹਾ ਤੇ ਉਹ ਹੁੰਦਾ ਬਸ ਮਤਲਬ ਕਈ ਤੀਰ ਪਾ ਲੈਣੇ, ਹੱਥ 'ਚ ਫੜ ਲੈਣੇ, 4-5 ਲਗਾਤਾਰ ਹੀ ਮਾਰਨੇ। ਉਹ ਨਿਸ਼ਾਨਾ ਓਨਾ ਹੀ ਹੁੰਦਾ, ਪਰ ਟੈਕਨੀਕ ਉਹਦੀ ਜਿਹੜੀ ਉਹ ਥੋੜ੍ਹੀ ਜਿਹੀ ਅਲੱਗ ਹੁੰਦੀ ਆ। ਤੇ ਘੋੜੇ ਸਪੀਡ 'ਚ ਜਾਂਦੇ, ਜਦੋਂ ਆਪਾਂ ਘੋੜੇ ਤੇ ਚੜ੍ਹ ਕੇ ਲਾਉਣਾ ਤੇ ਆਪਾਂ ਬਹੁਤਾ ਚਿਰ ਤਾਂ ਨਿਸ਼ਾਨਾ ਲਾ ਨਹੀਂ ਸਕਦੇ, ਘੋੜਾ ਵੀ ਭੱਜਿਆ ਜਾਂਦਾ ਤੇ ਆਪਾਂ ਤੀਰ ਵੀ ਚਲਾਉਣੇ ਹੁੰਦੇ। ਅਸੀਂ ਆਪ ਤਾਂ ਪ੍ਰੈਕਟਿਸ ਕਰਦੇ ਹਾਂ, ਸਾਡੇ 2 ਲੜਕੀਆਂ ਵੀ ਆ, ਹਰਕੀਰਤ ਕੌਰ ਤੇ ਅਵਨੀਤ ਕੌਰ, ਉਹ ਵੀ ਸਾਡੇ ਨਾਲ ਪ੍ਰੈਕਟਿਸ ਕਰਦੀ। ਹੋਰ 8-10 ਸਿੰਘ ਹੈਗੇ ਆ ਤੇ ਹੋਰ ਬੱਚੇ ਅਸੀਂ ਜਿਹੜੇ ਘੋੜਸਵਾਰੀ ਤੇ ਇੱਥੇ ਜਾ ਕੇ ਪਹਿਲਾਂ ਹੋਰ ਜਗ੍ਹਾ ਕਰਦੇ, ਹੁਣ ਆਪਾਂ ਲਏ ਆ, ਹੌਲੀ ਹੌਲੀ ਆਪਾਂ ਆਪਣੇ ਘੋੜਿਆਂ ਤੇ ਕਰਾਂਗੇ, ਉਹਨਾਂ ਨੂੰ ਇਸ ਲਈ ਤਿਆਰ ਕਰ ਰਹੇ ਆ। ਅੱਛਾ, ਜਿਹੜੀ ਹਾਂ ਤੁਸੀਂ ਕੁਛ ਕਹਿਣਾ? ਜਿਹੜਾ ਤੀਰਾਂ ਦਾ ਇਤਿਹਾਸ ਹੈ ਨਾ, ਗੁਰੂ ਸਾਹਿਬ ਦੇ ਵੇਲੇ ਆਪਾਂ ਪੜ੍ਹਦੇ ਹਾਂ ਨਾ, ਤੇ ਇਹਦਾ ਬੜੇ ਗੁਰਦੁਆਰੇ ਵੀ ਸਾਡੇ ਜਿਹੜੇ ਨੇ, ਕਿਸੇ ਦਾ ਨਾਮ ਵੀ ਤੀਰ ਸਾਹਿਬ ਰੱਖਿਆ ਗਿਆ ਜਾਂ ਉੱਥੋਂ ਤੀਰ ਚਲਾਇਆ, ਉਹਦਾ ਇਤਿਹਾਸ ਵੀ ਇਸ ਤਰ੍ਹਾਂ ਦਾ ਕਿ ਜੁੜਿਆ। ਬਾਕੀ ਗੁਰੂ ਸਾਹਿਬ ਦਾ ਜਿਹੜਾ ਤੀਰ ਸੀ ਉਹਦੀ ਇੱਕ ਵੱਖਰੀ ਪਛਾਣ ਸੀ ਕਿ ਉਹਦੇ ਪਿੱਛੇ ਇਤਿਹਾਸ ਦੱਸਦਾ ਕਿ ਸੋਨਾ ਲੱਗਾ ਹੁੰਦਾ ਸੀ। ਉਹਦੇ 2 ਅਰਥ ਹੁੰਦੇ ਸੀ ਕਿ ਜਿਹਦੇ ਤੀਰ ਵੱਜੇਗਾ ਤੇ ਜਦੋਂ ਉਹ ਖਤਮ ਹੋਵੇਗਾ ਤੇ ਉਹਦੇ ਅੰਤਮ ਸੰਸਕਾਰ ਦਾ ਵੀ ਪ੍ਰਬੰਧ ਹੋ ਸਕੇ। ਸੋ ਗੁਰੂ ਸਾਹਿਬ ਜੀ ਨੇ ਇਹਨੂੰ ਬੜੇ ਪਰਉਪਕਾਰ ਲਈ ਵੀ ਵਰਤਿਆ ਤੇ ਜੰਗ ਯੁੱਧ ਦੇ ਸਮੇਂ ਵਾਸਤੇ ਨਜਾਕਤ ਨੂੰ ਸਮਝਣ ਵੀ ਵਰਤਿਆ। ਫਿਰ ਜਿਹੜਾ ਅੱਜ ਵੀ ਦਿੱਲੀ ਗੁਰਦੁਆਰਾ ਮੋਤੀ ਬਾਗ ਸਾਹਿਬ ਆ, ਦਿੱਲੀ ਦੇ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਉਹਦਾ ਵੀ ਇਤਿਹਾਸ ਇਹ ਹੈ ਕਿ ਉੱਥੋਂ ਸਤਿਗੁਰਾਂ ਨੇ ਤੀਰ ਚਲਾਇਆ ਔਰ ਉਹ ਤੀਰ ਇੰਨਾ ਦੂਰ ਤੱਕ ਜਾਂਦਾ ਸੀ ਔਰ ਤੀਰ ਕਮਾਨ ਇੰਨਾ ਭਾਰਾ ਸੀ ਤੇ ਉਹਦੀ ਜਿਹੜੀ ਮਾਰ ਇੰਨੀ ਦੂਰ ਤੱਕ ਸੀ ਕਿ ਮੋਤੀ ਬਾਗ ਗੁਰਦੁਆਰਾ ਧੌਲੇ ਕੂਏ ਦੇ ਨੇੜੇ ਆ ਤੇ ਜਿਹੜਾ ਲਾਲ ਕਿਲ੍ਹਾ ਉਹ ਆਪਣਾ ਦੇਖਦੇ ਚਾਂਦਨੀ ਚੌਂਕ ਦੇ ਨੇੜੇ, ਉੱਥੇ ਜਾ ਕੇ ਸਤਿਗੁਰਾਂ ਦਾ ਤੀਰ ਬਹਾਦਰ ਸ਼ਾਹ ਦੇ ਜਿਹੜਾ ਪਲੰਘ 'ਤੇ ਬੈਠੇ ਹੋਏ ਚੌਪੜ ਖੇਡਦੇ ਉੱਥੇ ਵੱਜਾ ਆ। ਦੂਜੀ ਗੱਲ ਆਪਾਂ ਕਰਦੇ ਹਾਂ ਅਨੰਦਪੁਰ ਸਾਹਿਬ ਦੀ। ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਨਾ ਇਹਨਾਂ ਨੇ, ਜ਼ਬਰਦਸਤ ਖਾਂ, ਵਜੀਦ ਖਾਂ ਦੇ ਪਹਾੜੀ ਰਾਜਿਆਂ ਨੇ, ਤੇ ਇਹਨਾਂ ਥੱਲਿਓ ਸਤਿਗੁਰੂ ਨੂੰ ਦੇਖਦੇ ਨੇ, 2.5 ਕੋਹ ਦੀ ਵਿੱਥ ਤੇ ਬੈਠੇ ਨੇ ਸਿੰਮਲ ਦੇ ਰੁੱਖ ਹੇਠਾਂ। ਉੱਥੋਂ ਵੀ ਕਲਗੀਧਰ ਪਿਤਾ ਜੀ ਇੱਕ ਤੀਰ ਮਾਰਦੇ ਨੇ, ਇਹਨਾਂ ਦੇ ਆ ਕੇ ਬੈਂਚ 'ਚ ਵੱਜਦਾ। ਇਹ ਸੋਚਦੇ ਆ ਗੁਰੂ ਸਾਹਿਬ ਜੀ ਦੀ ਕਰਾਮਾਤ ਆ, ਪਰ ਕਲਗੀਧਰ ਪਿਤਾ ਮਹਾਰਾਜ ਜਦੋਂ ਇਹ ਸੋਚ ਰਹੇ ਹੁੰਦੇ ਨੇ, ਇੱਕ ਦੂਸਰਾ ਤੀਰ ਛੱਡਦੇ ਨੇ, ਜਿਹਦੇ ਨਾਲ ਇੱਕ ਪੱਤਰ ਵੀ ਲਿਖ ਕੇ ਭੇਜਦੇ ਨੇ ਕਿ ਇਹ ਜਿਹੜਾ ਆ ਇਹ ਕਰਾਮਾਤ ਨਹੀਂ, ਇਹ ਸਾਡਾ ਯੁੱਧ ਦਾ ਅਭਿਆਸ ਆ। ਭਾਵ ਕਿ ਗੁਰੂ ਜੀ ਇਸ ਯੁੱਧ ਨੂੰ ਜਾਂ ਤੀਰ ਅੰਦਾਜ਼ੀ ਦੀ ਸਿੱਖਿਆ ਨੂੰ ਇੰਨਾ ਪਰਪੱਕ ਕਰਦੇ ਸਨ। ਸੋ ਅਜੀਤ ਸਿੰਘ ਜੀ, ਮੈਂ ਤੁਹਾਨੂੰ ਗੱਤਕੇ ਬਾਰੇ ਪਤਾ ਕਰਨਾ ਚਾਹੁੰਦਾ। ਇੱਕ ਤਾਂ ਗੱਤਕਾ ਅਸੀਂ ਸਿਖਾਉਂਦੇ ਹਾਂ ਬੱਚਿਆਂ ਨੂੰ, ਸੋਟੀਆਂ ਦੇ ਨਾਲ ਗੱਤਕਾ ਖੇਡਦੇ ਆ, ਪਰ ਰੀਅਲ ਲਾਈਫ ਦੇ ਵਿੱਚ ਰੀਅਲ ਤਲਵਾਰਾਂ ਨਾਲ ਅਤੇ ਢਾਲ ਨਾਲ ਵੀ ਗੱਤਕਾ ਖੇਡਿਆ ਜਾਂਦਾ। ਤੁਸੀਂ ਮੇਰਾ ਖਿਆਲ ਆ ਹਰ ਕਿਸਮ ਦੇ ਗੱਤਕੇ ਦੀ ਟ੍ਰੇਨਿੰਗ ਵੀ ਦਿੰਦੇ ਹੋ। ਇੱਥੇ ਕਿਹੋ ਜਿਹੀ ਟੀਮਾਂ ਨੇ ਅਤੇ ਟ੍ਰੇਨਿੰਗ ਜਿਹੜੀ ਆ ਉਹ ਕਿੰਨੀ ਕੁ ਇਨਵੋਲਵ ਹੈ? ਗੱਤਕੇ ਬਾਰੇ ਸਾਨੂੰ ਹੋਰ ਜਾਣਕਾਰੀ ਦਿਓ। ਹਾਂਜੀ, ਜਿਵੇਂ ਮੈਂ ਪਹਿਲੇ ਦੱਸਿਆ ਸੀ, ਗੱਤਕਾ ਆਪਾਂ ਸੋਟੀ ਨੂੰ ਕਹਿੰਦੇ ਹਾਂ। ਸੋ ਜਿਹੜੇ ਛੋਟੇ ਬੱਚੇ ਸਾਡੇ ਕੋਲ ਆਉਂਦੇ ਨੇ, ਸਾਡੇ ਕੋਲ ਸੀਮਿਤ ਸਾਧਨ ਨੇ, ਅਸੀਂ ਉਹਨਾਂ ਨੂੰ ਸੋਟੀ ਤੋਂ ਸ਼ੁਰੂ ਕਰਦੇ ਹਾਂ। ਕਈ ਵਾਰ ਅਸੀਂ ਪੋਲੀਆਂ ਸੋਟੀਆਂ ਕਰਦੇ, ਕਿਸੇ ਬੱਚੇ ਦੇ ਸੱਟ ਨਾ ਲੱਗ ਜਾਏ। ਉਹ ਮੈਂ ਜਦੋਂ ਇੱਥੇ ਆਇਆ, ਮੈਂ ਫੋਮ ਦੀਆਂ ਬਣਾਉਂਦਾ, ਬੱਚਿਆਂ ਨੂੰ ਆਪ ਬਣਾ ਕੇ ਉਹਨੂੰ ਬੱਚਿਆਂ ਦੇ ਸੱਟ ਨਾ ਲੱਗੇ। ਫਿਰ ਜਦੋਂ ਬੱਚੇ ਪੂਰੇ ਸਿੱਖ ਲੈਂਦੇ, ਫਿਰ ਉਹਨੂੰ ਦੂਜੀਆਂ ਸੋਟੀਆਂ। ਫਿਰ ਕੰਪੀਟੀਸ਼ਨ ਆਪਾਂ 3 ਵਰਲਡ ਕੱਪ ਇੱਥੇ ਆਪਾਂ ਕਰਾਏ, ਜਿਹਦੇ 7 ਦੇਸ਼ਾਂ ਤੋਂ ਬੱਚੇ ਵੱਖ-ਵੱਖ ਜਗ੍ਹਾ ਤੋਂ ਆਏ ਨੇ। ਪਹਿਲਾਂ ਗੁਰੂ ਨਾਨਕ ਸਾਹਿਬ ਗੁਰਦੁਆਰੇ ਹੋਇਆ, ਦੂਆ ਨਿਊ ਵੈਸਟ, ਤਾਂ ਤੀਜਾ ਦਸ਼ਮੇਸ਼ ਦਰਬਾਰ ਸਾਹਿਬ। ਜਿਹੜਾ ਹੈਗਾ ਰੀਅਲ ਲਾਈਫ ਦੇ ਵਿੱਚ ਜਾਂ ਆਪਣਾ ਤਲਵਾਰਾਂ ਦੀ ਗੱਲ, ਉਹ ਜਿਹੜਾ ਪ੍ਰਦਰਸ਼ਨ ਦੇ ਤੌਰ 'ਤੇ ਅਸੀਂ ਵਰਤਦੇ ਹਾਂ, ਜਦੋਂ ਉਹਦੇ ਵਿੱਚ ਸਾਡਾ ਏਮ ਹੁੰਦਾ ਵੀ ਅਸੀਂ ਸਿਰਫ ਸੰਗਤ ਨੂੰ ਦਿਖਾਉਣਾ ਆ, ਸਾਡੀ ਯੁੱਧ ਕਲਾ ਆ। ਜਿਵੇਂ ਹੁਣ ਕਈ ਵਾਰ ਮੈਂ 10 ਨਾਲ ਲੜਦਾ ਇਕੱਲਾ, ਉਹਦੇ ਵਿੱਚ ਮੈਂ ਪਹਿਲਾਂ 10 ਨੂੰ ਦੇਖਦਾ ਆ ਵੀ ਉਹ ਕਿੱਥੇ ਕਿੱਥੇ ਖੜੇ, ਉਹਨਾਂ ਨੂੰ ਸੇਫ ਕਰਨਾ, ਉਹਨਾਂ ਨਾਲ ਖੇਡਣਾ ਵੀ, ਯੁੱਧ ਕਲਾ ਵੀ ਦਿਖਾਉਣੀ ਆ ਅਤੇ ਉਹਨਾਂ ਨੂੰ ਸੇਫ ਵੀ ਰੱਖਣਾ ਵੀ ਕਿਸੇ ਦੇ ਲੱਗੇ ਨਾ ਜੀ। ਅਤੇ ਲੇਕਿਨ ਜਿਹੜੀ ਯੁੱਧ ਦੇ ਵਿੱਚ ਆ, ਉਹਦੇ 'ਚ ਤਾਂ ਸੇਫ ਰੱਖਣਾ ਨਹੀਂ ਹੁੰਦਾ, ਉਹਦੇ ਜਾਂ ਆਪ ਹੈ ਨਹੀਂ ਅਤੇ ਜਾਂ ਅਗਲਾ ਹੈ ਨਹੀਂ। ਸੋ ਇਹ 2 ਅਲੱਗ ਅਲੱਗ ਆ। ਜਿਵੇਂ ਹੁਣ ਕਈ ਵਾਰ ਆ ਜਾਂਦਾ ਵੀ ਗੱਤਕਾ ਓਲੰਪਿਕ 'ਚ ਜਾਂਦਾ ਕਿ ਨਹੀਂ ਜਾਂਦਾ, ਇਹ ਗੱਲ ਸਵਾਲ ਚੱਲ ਰਿਹਾ ਯਾਰ। ਹਾਂਜੀ, ਕਾਰਨ ਇਹ ਆ ਜੀ, ਜਿਹੜਾ ਇਹ ਗੱਤਕਾ ਜਿਹਨੂੰ ਅਸਲੀ ਆਪਾਂ ਸਿੱਖਾਂ ਨਾਲ ਜੋੜਦੇ ਹਾਂ, ਉਹ ਹੈਗੀ ਯੁੱਧ ਸ਼ਾਸਤਰ ਵਿੱਦਿਆ। ਉਹ ਸਾਰੀਆਂ ਕਮਿਊਨਿਟੀਆਂ ਕੋਲ ਹੈਗੀ ਸ਼ਾਸਤਰ। ਯੁੱਧ ਕਲਾ ਤਾਂ ਜਦੋਂ ਮਨੁੱਖ ਆਇਆ ਉਦੋਂ ਦੀ ਹੈਗੀ ਉਹਦੇ ਕੋਲ। ਲੇਕਿਨ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਯੁੱਧ ਸੀ ਉਹ ਜਾਰ ਜੋਰੂ ਅਤੇ ਜ਼ਮੀਨ ਲਈ ਲੜਿਆ ਜਾਂਦਾ ਸੀ। ਗੁਰੂ ਸਾਹਿਬ ਨੇ ਇਹ ਧਰਮ ਲਈ ਲੜ ਨਹੀਂ ਕਿਹਾ। ਜਦੋਂ ਤੁਹਾਡਾ ਕੋਈ ਹੀਲਾ ਵਸੀਲਾ ਨਾ ਚੱਲੇ ਤਾਂ ਤੁਸੀਂ ਤਲਵਾਰ ਨੂੰ ਹੱਥ ਪਾਉਣਾ, ਨਹੀਂ ਤਾਂ ਜਦ ਗੱਲ ਮੂੰਹ ਨਾਲ ਚੱਲ ਸਕਦੀ ਆ, ਵਿਚਾਰ ਨਾਲ ਚੱਲ ਸਕਦੀ, ਉਦੋਂ ਤੱਕ ਇਹਦੀ ਲੋੜ ਨਹੀਂ। ਧਾਰਮਿਕ ਆਜ਼ਾਦੀ ਲਈ ਉਹਨਾਂ ਨੇ, ਧਾਰਮਿਕ ਆਜ਼ਾਦੀ ਲਈ, ਆਪਣੀ ਆਜ਼ਾਦੀ ਲਈ, ਧਾਰਮਿਕ ਆਜ਼ਾਦੀ ਲਈ, ਜਾਂ ਕਿਸੇ 'ਤੇ ਜ਼ੁਲਮ ਹੁੰਦਾ ਤੁਸੀਂ ਉੱਥੇ ਖੜ ਸਕਦੇ। ਜਿਵੇਂ ਯੁੱਧ ਹੋਏ ਆ ਗੁਰੂ ਸਾਹਿਬ ਦੇ, ਸਾਰੇ ਯੁੱਧ ਧਰਮ ਲਈ ਹੋ ਸਕਦੇ। ਤੁਸੀਂ ਬਜ਼ੁਰਗ 'ਤੇ ਵਾਰ ਨਹੀਂ ਕਰ ਸਕਦੇ, ਇਸਤਰੀ 'ਤੇ ਵਾਰ ਨਹੀਂ ਕਰ ਸਕਦੇ। ਯੁੱਧ ਲੜਨ ਆਇਆ ਬੰਦਾ ਮੈਦਾਨ ਛੱਡ ਕੇ ਭੱਜ ਗਿਆ, ਉਹਦੇ ਮਗਰ ਨਹੀਂ ਜਾ ਸਕਦੇ, ਗੁਰੂ ਸਾਹਿਬ ਦਾ ਹੁਕਮ ਆ। ਜਦੋਂ ਛੱਡੀ ਗਿਆ
ਤੁਸੀਂ ਦੁਸ਼ਮਣ ਤੁਹਾਡਾ ਉਸ ਲਿਆ ਜਦੋਂ ਤਲਵਾਰ ਲੈ ਕੇ ਤੁਹਾਡੇ ਨੂੰ ਵਾਰ ਕਰਦਾ। ਅਗਰ ਉਹਦੀ ਤਲਵਾਰ ਗੱਤ ਰਿਹਾ ਫਿਰ ਦੁਸ਼ਮਣੀ ਖਤਮ ਆ। ਇਹ ਗੁਰਸਿੱਖੀ ਆ। ਬਿਲਕੁਲ ਇਸੇ ਤਰ੍ਹਾਂ ਜਿਹੜਾ ਇਹ ਸ਼ਾਸਤਰ ਵਿੱਦਿਆ ਜਦੋਂ ਇਹਨੂੰ ਆਪਾਂ ਖੇਡ ਦੇ ਮੈਦਾਨ ਦੇ ਵਿੱਚ ਲਿਆ, ਚੰਡੀਗੜ੍ਹ ਦੇ ਵਿੱਚ ਜਦੋਂ ਓਲੰਪਿਕ ਦੀ ਗੱਲ ਚੱਲੀ ਤੇ ਮੇਰੇ ਉਸਤਾਦ ਜੀ ਮਾਸਟਰ ਜੀ ਨੂੰ ਸੱਦਿਆ, ਯੂਨੀਵਰਸਿਟੀਆਂ ਦੇ ਸਾਰੇ ਬੰਦੇ ਜਿਹੜੇ ਸੀ ਉੱਥੇ ਇਕੱਠੇ ਹੋਏ ਸੀ। ਉੱਥੇ ਸਵਾਲ ਉੱਠਿਆ ਵੀ ਇਹ ਯੁੱਧ ਕਲਾ ਸੀ, ਇਹ ਕਿੱਦਾਂ ਖੇਡ 'ਚ ਆ ਜਾਊਗੀ? ਕਿਉਂਕਿ ਯੂਨੀਵਰਸਿਟੀ ਨੇ ਉੱਥੇ ਇੰਸਟ੍ਰਕਟਰ ਜਿਹੜਾ ਪਟਿਆਲੇ ਉਹ ਆਪਣਾ ਹੀ ਕਲੱਬ ਦਾ ਹੀ ਮੈਂਬਰ ਆ, ਜਿਹੜਾ ਸਭ ਤੋਂ ਪਹਿਲਾਂ ਉੱਥੇ ਇੰਸਟ੍ਰਕਟਰ ਲੱਗਾ ਪਟਿਆਲਾ ਯੂਨੀਵਰਸਿਟੀ, ਤੇ ਉਹ ਮਾਸਟਰ ਜੀ ਦਾ ਸ਼ਾਗਿਰਦ ਆ। ਤਾਂ ਉਹ ਮਾਸਟਰ ਜੀ ਨੇ ਦੱਸਿਆ ਵੀ ਯੁੱਧ ਕਲਾ ਨੂੰ ਜਦੋਂ ਤੁਸੀਂ ਖੇਡ ਦੇ ਮੈਦਾਨ 'ਚ ਲਾਓ, ਇੱਥੇ ਰੂਲ ਆ, ਇੱਥੇ ਤੁਸੀਂ ਖਿਡਾਰੀ ਨੂੰ ਮੋਰਲੇ ਨੂੰ ਵੀ ਸੇਫ ਰੱਖਣਾ ਤੇ ਆਪ ਵੀ ਸੇਫ ਕਰਾਉਣਾ। ਇਹਦੇ ਰੂਲ ਹੋਣਗੇ, ਇੱਥੇ ਹੂਲ ਨਹੀਂ ਮਾਰ ਸਕਦੇ, ਕਿਉਂਕਿ ਜਦੋਂ ਹੀ ਹੂਲ ਵੱਜੂਗੀ ਉਹ ਡੈਮੇਜ ਮੋਰਲੇ ਬੰਦੇ ਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀ, ਅੱਖ 'ਚ ਲੱਗ ਸਕਦੀ। ਸੋ ਇੱਥੇ ਜਦੋਂ ਗੱਤਕੇ ਨੂੰ ਆਪਾਂ ਵੀ ਇੱਥੇ ਸਿਖਾਉਂਦੇ ਹਾਂ, ਉੱਥੇ ਹੂਲ ਨਹੀਂ ਮਾਰ ਸਕਦੇ, ਚੀਰ ਨਹੀਂ ਮਾਰ ਸਕਦੇ, ਖਤਰਾ ਅਖਬਾਰ ਕੋਈ ਨਹੀਂ ਕਰ ਸਕਦੇ। ਲੇਕਿਨ ਖੇਡ ਦੇ ਮੈਦਾਨ ਲਈ ਇੱਕ ਰੂਲ, ਇੱਕ ਉਹਦਾ ਟਾਈਮ, ਉਹ ਸਾਰਾ ਕੀਤਾ ਜਾਂਦਾ। ਰੈਫਰੀ ਹੁੰਦੇ ਆ। ਹੁਣ ਯੁੱਧ ਵਿੱਚ ਤਾਂ ਕੁਛ ਵੀ ਨਹੀਂ ਹੁੰਦਾ। ਯੁੱਧ 'ਚ ਟਾਰਗੇਟ ਹੈਗਾ ਮੈਂ ਜਿੱਤਣਾ, ਬਿਲਕੁਲ, ਤੇ ਦੂਜੇ ਨੂੰ ਮਾਰਨਾ ਜਾਂ ਆਪ ਹੈ ਨਹੀਂ, ਦੋ ਹੀ ਗੱਲਾਂ ਹੁੰਦੀਆਂ। ਉਹਦਾ ਵਾਰ ਕਰਨ ਦਾ ਮਕਸਦ ਇਹ ਹੁੰਦਾ ਦੂਸਰੇ ਨੂੰ ਡੈਮੇਜ ਕਰਨਾ, ਖਤਮ ਕਰਨਾ। ਸੋ ਇਸ ਕਰਕੇ ਜਦੋਂ ਖੇਡ ਦੇ ਮੈਦਾਨ 'ਚ ਆਊਗਾ, ਹੁਣ ਓਲੰਪਿਕ ਵਾਸਤੇ ਜਦੋਂ ਗੱਲ ਖੇਡ ਦੀ ਚੱਲਦੀ ਆ, ਤੇ ਜੋ ਸਾਡਾ ਪੰਜਾਬ ਦਾ ਜਾਂ ਇੰਡੀਆ ਦਾ ਮਾਹੌਲ ਆ, ਇਹ ਸੀਗੀ ਸਿੱਖਾਂ ਦੀ ਕਲਾ, ਯੁੱਧ। ਇਹਨਾਂ ਨੂੰ ਅਸੀਂ ਵੀ ਇਹ 'ਤੇ ਜ਼ੋਰ ਲਾਇਆ ਵੀ ਸਾਡੀ ਓਲੰਪਿਕ ਦਾ, ਪਰ ਜਦੋਂ ਇਹ ਹੁੰਦੀ ਤੇ ਜਿਹੜੇ ਅਫਸਰ ਟਾਈਪ ਲੋਕ ਆ, ਜਿਹੜੇ ਪਹੁੰਚ ਵਾਲੇ ਲੋਕ ਆ, ਉਹ ਇੱਥੇ ਕਬਜ਼ਾ ਕਰ ਲੈਂਦੇ। ਹਮੇਸ਼ਾ ਆਪਾਂ ਨੂੰ ਪਤਾ ਜਿੰਨੀਆਂ ਵੀ ਫੈਡਰੇਸ਼ਨ ਆ ਉਹਨਾਂ ਦੇ ਅਫਸਰ ਜਿਹੜੇ ਖੇਡਾਂ ਵਾਲੇ ਖਿਡਾਰੀ, ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਉਹ ਤਾਂ ਮੁੜ ਕੇ ਖੇਡਣ ਜੋਗੇ ਰਹਿ ਗਿਆ, ਉਹਨਾਂ ਨੂੰ ਥੋੜ੍ਹੇ ਪੈਸੇ ਦਿੱਤੇ ਤਾਂ ਘਰ ਨੂੰ ਚਾਹ, ਬਸ ਇੰਨਾ ਜੋ। ਉਹੀ ਗੱਲ ਅੱਜ ਗੱਤਕੇ ਦੀ ਹੋ ਗਈ ਆ ਜਾਂ ਹੋ ਰਹੀ ਆ। ਸੋ ਉਹਦਾ ਜ਼ਿਆਦਾ ਜ਼ੋਰ ਓਲੰਪਿਕ ਨੇ। ਦੂਸਰੀ ਗੱਲ ਹੈ ਵੀ ਓਲੰਪਿਕ ਦੇ ਵਿੱਚ ਸੋਟੀ ਜਾਣੀ ਆ ਜਾਂ ਫਰੀ ਸੋਟੀ ਜਾਣੀ ਆ। ਬਾਕੀ ਗੱਤਕਾ ਤਾਂ ਜਾ ਨਹੀਂ ਸਕਦਾ। ਗੱਤਕੇ ਦੇ ਤਾਂ ਮੇਰੇ ਕੋਲ 50 ਤਰ੍ਹਾਂ ਦੇ ਸ਼ਾਸਤਰ ਜਿਹੜੇ ਮੈਂ ਬੱਚਿਆਂ ਨੂੰ ਸਿਖਾਉਂਦਾ। ਸੋ 50 ਹਾਂਜੀ, ਉਹ ਸ਼ਾਸਤਰ ਹੀ ਬਹੁਤ ਨੇ। ਅਤੇ ਮੈਂ ਜਿਹੜਾ ਹੁਣ ਤੁਹਾਨੂੰ ਮੈਂ ਦੱਸ ਕੇ ਹਟਿਆ ਵੀ ਆਪਾਂ ਘੋੜੇ ਲਿਆਂਦੇ, ਆਪਾਂ ਇੱਥੇ ਰਿਸਰਚ ਸੈਂਟਰ ਖੋਲ੍ਹਣਾ ਚਾਹੁੰਦੇ, ਜਿਹਦੇ ਵਿੱਚ ਆਪਾਂ ਅਫਗਾਨੀਆਂ ਦੇ ਸ਼ਾਸਤਰ ਹੋਰ ਸਾਰਿਆਂ ਦੇ ਮੰਗਾਵਾਂਗੇ। ਉਹਦੇ ਵਿੱਚ ਉਹਦਾ ਪ੍ਰੈਕਟਿਸ ਕਰਾਂਗੇ ਕਿਵੇਂ ਚੱਲਦੇ ਹੁੰਦੇ ਆ। ਜਿਹੜਾ ਤਲਵਾਰਾਂ ਨਾਲ ਇੱਕ ਦੂਜੇ ਦੇ ਉੱਤੇ ਕੰਪੀਟੀਸ਼ਨ ਦੇ ਵਿੱਚ ਵੀ, ਤੇ ਵੈਸੇ ਰੀਅਲ ਲਾਈਫ ਦੇ ਵਿੱਚ ਵੀ ਹੁੰਦਾ ਰਿਹਾ। ਹਾਂਜੀ, ਉੱਥੋਂ ਹੀ ਆਇਆ ਇਹ ਕੰਪੀਟੀਸ਼ਨ ਦੇ ਵਿੱਚ। ਕੰਪੀਟੀਸ਼ਨ ਉਹ ਵੀ ਤੁਸੀਂ ਸਿਖਾਉਂਦੇ ਹੋ? ਹਾਂਜੀ ਬਿਲਕੁਲ ਜੀ। ਅਸੀਂ ਜਿਵੇਂ ਆਪਣੇ 2018 ਵਿੱਚ ਗਏ ਸੀਗੇ, ਇੱਥੇ ਲੈਂਗਲੀ ਕੰਪੀਟੀਸ਼ਨ ਸੀਗਾ। ਉਸ ਤੋਂ ਬਾਅਦ ਐਤਕੀ ਵੀ ਅਸੀਂ ਗਏ, ਉੱਥੇ ਖੇਡੇ ਵੀ ਆ। ਬਰਛੇ ਦੀ ਫਾਈਟ ਹੋਈ ਆ, ਤਲਵਾਰਾਂ ਦੀ ਹੋਈ ਆ, ਢਾਲ ਤਲਵਾਰ ਦੀ ਹੋਈ ਆ, ਫੈਂਸਿੰਗ ਦੀ ਹੋਈ ਆ। ਉਹਦੇ 'ਚ ਆਪਣੇ ਬੱਚਿਆਂ ਨੇ ਭਾਗ ਲਿਆ। ਉਹ ਫਿਰ ਅਸੀਂ ਪ੍ਰੈਕਟਿਸ ਕਰਦੇ ਹਾਂ। ਉਹਦੀ ਘੋੜਿਆਂ 'ਤੇ ਵੀ ਅਸੀਂ ਕਰਦੇ ਹਾਂ। ਘੋੜਿਆਂ 'ਤੇ ਵੀ ਫਾਈਟ ਕੀਤੀ, ਮਹਾਰਾਜ ਨੇ ਕਿਰਪਾ ਕੀਤੀ, ਆਪਣੇ ਬੱਚੇ ਜਿੱਤੇ, ਸਾਰੇ ਪ੍ਰਾਈਜ਼ ਲਏ ਆ। ਅਤੇ ਐਤਕੀ ਅਸੀਂ ਸਪੋਂਸਰ ਕੀਤਾ ਸੀਗਾ ਵੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪ੍ਰਾਈਜ਼ ਦਿੱਤੇ, ਆਪਣੇ ਗੁਰੂ ਨਾਨਕ ਸਾਹਿਬ ਗੁਰਦੁਆਰੇ ਵੱਲੋਂ ਸਾਰੇ ਜਿੰਨੇ ਵੀ ਆਏ ਸੀਗੇ। ਅਤੇ ਉਹਦੇ ਵਿੱਚ ਇਹ ਆ ਵੀ ਉਹ ਵਰਦੀਆਂ ਲੋਹੇ ਦੀਆਂ ਪਾਉਂਦੇ ਆ, ਹੁੰਦੀ ਤਲਵਾਰਾਂ ਨਾਲ ਆ। ਦੂਸਰਾ ਇਹ ਵੀ ਉਹਨਾਂ ਦੇ ਸਾਡੇ ਨਾਲ ਰੂਲ ਵਾਖਿਆ, ਉਹ ਬੜੇ ਫਰੈਂਡਲੀ ਤਰੀਕੇ ਨਾਲ ਖੇਡਦੇ, ਮੈਨੂੰ ਬਹੁਤ ਚੰਗਾ ਲੱਗਾ। ਉਹਦੇ ਵਿੱਚ ਇਹ ਆ ਵੀ ਜਿਹੜਾ ਸਾਡੇ ਹੁੰਦਾ ਵੀ ਰੈਫਰੀ ਰੌਲਾ ਪਾਈ ਜਾਂਦਾ, ਜੱਜ ਵੀ ਰੌਲਾ ਪਾਈ ਜਾਂਦਾ, ਲੇਕਿਨ ਬੱਚਾ ਮੈਦਾਨ ਤੋਂ ਉਤਰ ਕੇ ਕਹਿੰਦਾ ਮੇਰੇ ਨਾਲ ਤਾਂ ਧੱਕਾ ਹੋ ਗਿਆ ਜਦੋਂ ਹਾਰ ਗਿਆ। ਅਤੇ ਹਾਰਨਾ ਇੱਕ ਨੇ ਦੋ 'ਚੋਂ ਹੈਗਾ ਹੀ ਸੀਗਾ। ਇਹ ਤਾਂ ਰੂਲ ਆ ਨਾ, ਜਦੋਂ ਦੋ ਘੋਲਣਗੇ ਇੱਕ ਹਾਰੂਗਾ। ਪਰ ਜਿਹੜਾ ਹਾਰਨ ਵਾਲਾ ਉਹ ਰੈਫਰੀਆਂ 'ਤੇ ਜਾਂ ਜੱਜਾਂ 'ਤੇ ਸਿੱਟ ਕੇ ਉਤਰ ਜਾਂਦਾ ਵੀ ਮੈਂ ਬਹੁਤ ਵਧੀਆ, ਮੈਨੂੰ ਹਰਾ ਤਾ। ਉਹਨਾਂ ਦਾ ਜਿਹੜਾ ਸਿਸਟਮ ਦੇਖਿਆ ਮੈਂ, ਉਹਨਾਂ ਦੇ ਵਿੱਚ ਕੀ ਆ ਵੀ ਜਦੋਂ ਇੱਕ ਬੰਦਾ ਵਾਰ ਮਾਰਦਾ, ਦੂਜੇ ਦੇ ਲੱਗਾ, ਉਹਨੇ ਕਹਿਣਾ ਹਿੱਟ ਵੀ ਮੇਰੇ ਲੱਗ ਗਿਆ। ਫਿਰ ਉਹ ਰੈਫਰੀ ਨੇ ਪਹਿਲੇ ਇਹਨੂੰ ਪੁੱਛਣਾ ਵੀ ਤੂੰ ਵਾਕਿਆ ਇਹਦੇ ਮਾਰਿਆ ਸੀ ਕਿ ਐਵੇਂ ਖੇਡਦਿਆਂ ਲੱਗ ਗਿਆ। ਉਹਨੇ ਦੱਸਣਾ ਵੀ ਵਾਕਿਆ ਮੈਂ ਇਹਦੇ ਧੌਣ 'ਤੇ ਮਾਰਿਆ ਸੀ ਜਾਂ ਲੱਤ 'ਤੇ ਮਾਰਿਆ ਸੀ, ਹਿੱਟ ਹੋਇਆ। ਫਿਰ ਦੋਨਾਂ ਦੀ ਸੈਟਸਫਾਈ ਨੂੰ ਕਹਿਣਾ ਓਕੇ, ਉਹਨੇ ਕਹਿਣਾ 1 ਪੁਆਇੰਟ। ਠੀਕ। ਇੱਦਾਂ ਨਹੀਂ ਵੀ ਉਹ ਇੱਕ ਕਹੇ ਮੇਰੇ ਲੱਗਾ, ਦੂਜਾ ਕਹੇ ਨਹੀਂ, ਮੈਂ ਉਹ ਦੂਜੇ ਨੇ ਸਾਫ਼ ਹੀ ਕਹਿ ਦੇਣਾ ਵੀ ਮੈਂ ਮਾਰਿਆ ਨਹੀਂ ਸੀ, ਇਹਦੀ ਕਿਰਪਾਨ 'ਚ ਫਸ ਕੇ ਇਹਦੇ ਲੱਗੀ ਆ, ਫਿਰ ਨਹੀਂ ਪੁਆਇੰਟ। ਮਤਲਬ ਇਹ ਮੈਂ ਉਹਨਾਂ ਦੀ ਸਾਫ਼ ਸੁਥਰੀ ਦੇਖੀ। ਪਰ ਕੁਝ % ਤਾਂ ਤੁਹਾਨੂੰ ਪਤਾ ਥੋੜ੍ਹਾ ਬਹੁਤਾ ਕਈ ਵਾਰ ਖਿਡਾਰੀ ਦੇ ਮਨ 'ਚ ਆਈ ਜਾਂਦੀ ਵੀ ਯਾਰ ਮੈਚ ਜਿੱਤ ਰਿਹਾ। ਬਾਕੀ ਜ਼ਿਆਦਾਤਰ ਬੜਾ ਕਲੀਅਰ ਸੀਗਾ। ਅਤੇ ਦੂਸਰਾ ਵੱਡੀ ਗੱਲ ਇਹ ਸੀ, ਵੱਡੀ ਗੱਲ ਜਿਹੜੀ ਵੱਖਰੀ ਆ, ਜਿਵੇਂ ਯੁੱਧ ਕਲਾ ਦੇ ਵਿੱਚ ਤੁਹਾਡੇ ਕੋਲ ਕਿਹੜਾ ਸ਼ਾਸਤਰ ਹੈ, ਮੇਰੇ ਕੋਲ ਕਿਹੜਾ ਸ਼ਾਸਤਰ ਹੈ, ਇਹ ਕੋਈ ਨਹੀਂ। ਇਹ ਤਾਂ ਮੌਕੇ 'ਤੇ ਜਾ ਕੇ ਪਤਾ ਲੱਗੂ, ਜਿਹੜਾ ਲੜਨ ਆਇਆ ਕੀ ਲੈ ਕੇ ਆਇਆ ਘਰੋਂ। ਹੁਣ ਜਦੋਂ ਆਪਾਂ ਖੇਡ ਦੀ ਗੱਲ ਕਰਦੇ ਹਾਂ, ਉਦੋਂ ਤਾਂ ਆਪਾਂ ਸੋਟੀ ਵੀ 39 ਇੰਚ ਮਿਣ ਕੇ ਦਿੰਦੇ ਹਾਂ। ਬਿਲਕੁਲ। ਤਾਂ ਹਾਕੀ ਵੀ ਹੋਰ ਵੀ ਬਰਾਬਰ ਦੀਆਂ ਹੋਣੀਆਂ ਚਾਹੀਦੀਆਂ। ਕਿਸੇ ਕੋਲ ਲੰਬੀ ਹਾਕੀ ਨਹੀਂ ਹੋ ਸਕਦੀ। ਤੇਰੇ ਆਹ ਸ਼ੂ ਹੁਣ ਕੋਈ ਸ਼ੂ ਇੱਦਾਂ ਦੇ ਹੋਣੇ ਚਾਹੀਦੇ ਜਿਹੜਾ ਦੂਜੇ ਨੂੰ ਡੈਮੇਜ ਕਰੇ, ਨੁਕਸਾਨ ਕਰੇ। ਲੇਕਿਨ ਇਹਦੇ ਵਿੱਚ ਨਹੀਂ। ਹੁਣ ਘਰੋਂ ਇੱਕ ਵਰਸ਼ਾ ਲੈ ਕੇ ਆਇਆ ਅਤੇ ਅਗਲਾ ਲੜਾਈ ਤੁਹਾਡੇ ਨਾਲ ਕਰਨ ਆ ਗਿਆ, ਤੁਹਾਡੇ ਕੋਲ ਸੋਟਾ ਹੀ ਆ ਅਤੇ ਲੜਨਾ ਹੀ ਪਊ ਤੁਹਾਨੂੰ। ਤੁਸੀਂ ਇਹ ਤਾਂ ਕਹਿਣਾ ਰਹੇ ਵੀ ਨਹੀਂ ਜੀ ਮੈਂ ਤਾਂ ਵਰਸ਼ਾ ਨਹੀਂ ਲੈ ਕੇ ਆਇਆ। ਪਰ ਐਕਚੁਅਲੀ ਜਿਹੜੀ ਸਿੱਖਾਂ ਦੀਆਂ ਜੰਗਾਂ ਹੋਈਆਂ ਨੇ, ਉਸ ਯੁੱਧ ਦੇ ਵਿੱਚ ਜਦੋਂ ਕਿਰਪਾਨਾਂ ਨਾਲ ਲੜਦੇ ਸੀ, ਉਹਦੇ ਮੈਂ ਦੇਖਿਆ ਕਈ ਵਾਰੀ ਹਾਲੇ ਵੀ ਮੇਰੇ ਖਿਆਲ ਹੈਗੇ ਆ, ਗੱਤਕੇ ਵਾਲੇ ਵੀ ਵਰਤਦੇ ਕਈ ਵਾਰੀ, ਇੱਕ ਮੈਟਲ ਦਾ ਲੋਹੇ ਦੀ ਇੱਕ ਛਤਰੀ ਵਾਂਗੂ ਘੁਮਾ ਦਿੰਦੇ ਆਪਣੇ ਸਿਰ ਦੇ ਦੁਆਲੇ। ਤੁਸੀਂ ਜਿੰਨੀਆਂ ਮਰਜ਼ੀ ਕਿਰਪਾਨਾਂ ਮਾਰੀ ਜਾਓ, ਉਹਦੇ ਸੱਟ ਨਹੀਂ ਲੱਗਦੀ, ਫਿਰ ਉਹ ਜ਼ਖਮੀ ਨਹੀਂ ਹੁੰਦਾ। ਉਹ ਘੁਮਾਈ ਚਲੇ ਜਾਂਦੇ ਆ। ਕਾਫੀ ਆਪਣੇ
ਲੜੀਆਂ ਹੁੰਦੀਆਂ ਉਹਦੀਆਂ? ਉਹ ਚੱਕਰ ਆ ਜੀ, ਉਹ ਨਹੀਂ, ਉਹ ਤਲਵਾਰਾਂ ਨਹੀਂ ਵੱਜਦੀਆਂ। ਜੋ ਪੁਰਾਣੇ ਸਮੇਂ 'ਚ ਇੱਕ ਗੱਲ ਆਉਂਦੀ ਆ ਵੀ ਜਦੋਂ ਕਿਤੇ ਚੜ੍ਹਾਈ ਕੀਤੀ ਜਾਂਦੀ ਸੀ, ਮੋਹਰੇ ਉਹ ਚੱਕਰ ਕਰਦੇ ਨੇ। ਜਦੋਂ ਦੂਰੋਂ ਤੀਰ ਆਉਂਦੇ ਸੀ, ਲਾਗਿਓ ਨਹੀਂ, ਲਾਗਿਓ ਤੀਰ ਮਾਰਾਂਗੇ ਤਾਂ ਉਹਦੇ ਵਿੱਚ ਦੀ ਲੰਘ ਜਾਂਦਾ। ਅਸੀਂ ਪ੍ਰੈਕਟੀਕਲ ਕਰਦੇ ਇਹਨਾਂ ਚੀਜ਼ਾਂ ਦਾ, ਅਸੀਂ ਇਸੇ ਕਰਕੇ ਸ਼ੁਰੂ ਕੀਤਾ। ਲੇਕਿਨ ਜੇ ਹੁਣ ਮਤਲਬ ਆਇਆ ਹੀ 300-400 ਗਜ ਤੋਂ ਤੀਰ ਆਇਆ, ਉਹਦੀ ਆਲਰੇਡੀ ਸਪੀਡ ਥੋੜ੍ਹੀ ਘੱਟ ਹੁੰਦੀ, ਉਹ ਚੱਕਰ 'ਚ ਫਸ ਕੇ ਤੀਰ ਭਰੇ ਹੋ ਜਾਂਦੇ ਆ। ਪਿਛਲੇ ਬੰਨੇ ਫੌਜ ਉਹਲੇ ਜਾ ਕੇ ਤਾਂ ਹਮਲਾ ਕਰ ਦਿੰਦੀ ਆ। ਜੇ ਆਪਾਂ ਕਿਸੇ ਕਿਲੇ ਨੂੰ ਫਤਿਹ ਕਰਨਾ, ਇਸ ਵਾਸਤੇ ਹੁੰਦਾ ਸਿਰ 'ਤੇ ਚੱਕਰ ਉੱਤੋਂ ਆਇਆ ਤੀਰ, ਉਹਨੇ ਉਹਦੀ ਡਾਇਰੈਕਸ਼ਨ ਚੇਂਜ ਕਰ ਦੇਣੀ ਆ। ਉਹ ਹੁਣ ਆਪਾਂ ਰੱਸੀਆਂ ਦੇ ਇਹਨੂੰ ਪ੍ਰਦਰਸ਼ਨ ਵਾਸਤੇ ਵਰਤਦੇ। ਪਹਿਲਾਂ ਉਹ 'ਚ ਤਾਰਾਂ ਹੁੰਦੀਆਂ ਸੀ ਲੋਹੇ ਦੀਆਂ, ਅਤੇ ਬਾਹਰਲੇ ਬੰਨੇ ਛੋਟੀਆਂ ਮੈਂ ਦੇਖੀਆਂ, ਉਹ ਕਿਰਪਾਨਾਂ ਜਿਹੀਆਂ ਲੱਗੀਆਂ ਹੁੰਦੀਆਂ ਸੀ, ਭਾਰਾ ਹੁੰਦਾ ਸੀ ਉਹ। ਫਿਰ ਮਤਲਬ ਤੀਰ ਲੱਗ ਕੇ ਉਹ ਡਿੱਗਦਾ ਨਹੀਂ ਚੱਕਰ, ਜਿਹੜੇ ਆਮ ਹੈਗੇ ਅੱਜ ਕੱਲ੍ਹ ਪ੍ਰਦਰਸ਼ਨ ਲਈ, ਉਹ ਮਤਲਬ ਇੱਦਾਂ। ਅਤੇ ਦੂਜਾ ਜਿਹੜੇ ਜਿਵੇਂ ਹੁਣ ਇੱਥੇ ਜਿਹੜੀਆਂ ਵੈਸਟਰਨ ਕਲਚਰ ਆ, ਉਹ ਰੇ ਵਰਸਾ ਸਾਂਭ ਕੇ ਬੈਠਾ। ਮੈਂ ਤੁਹਾਨੂੰ ਜਿਵੇਂ ਦੱਸਿਆ 27 ਤਰੀਕ ਨੂੰ ਕੰਪੀਟੀਸ਼ਨ ਇੱਥੇ ਹੋਣਾ, ਸ਼ਾਇਦ ਅਸੀਂ ਜਾਵਾਂਗੇ। ਅੱਜ ਵੀ ਮੈਂ ਰਾਤ ਨੂੰ ਉਹਨਾਂ ਕੋਲ ਚੱਲਿਆ, ਅਤੇ ਉਹ 2 ਧਿਰਾਂ ਪੂਰੇ ਸ਼ਾਸਤਰ ਲੈ ਕੇ ਪੁਰਾਤਨ ਯੁੱਧ ਕਲਾ ਸਾਂਭ ਕੇ ਬੈਠੀ ਆ। ਅਸੀਂ ਕਈ ਕੁਛ ਮਤਲਬ ਸਿੱਖਾਂ ਦਾ ਇਹ ਦੁੱਖਦਾਇਕ ਗੱਲ ਆ, ਅਤੇ ਅਸੀਂ ਉਹਨਾਂ ਕੋਲ ਸਾਂਭਿਆ ਨਹੀਂ, ਸਾਨੂੰ ਸਾਂਭਣਾ ਚਾਹੀਦਾ ਸੀ। ਅਤੇ ਇੱਕ ਹੋਰ ਮੈਂ ਤੁਹਾਨੂੰ ਦੱਸਣ ਲੱਗਾ ਵੀ ਮੈਂ ਤਲਵਾਰਾਂ ਲੈ ਕੇ ਅਸੀਂ ਇੱਕ ਪਾਰਕ ਦੇ ਵਿੱਚ ਲਹਿੰਗਲੀ ਦੇ ਲਾਗੇ ਅਸੀਂ ਖੇਡਦੇ ਸੀ, ਅਤੇ ਅਸੀਂ ਬਾਣੇ ਪਾਏ ਹੋਏ ਸੀ। ਅਤੇ ਉਹ ਸਾਡੇ ਕੋਲ ਇੱਥੇ ਵੈਸਟਰਨ ਲੋਕ ਆਏ, ਅਤੇ ਉਹ ਬਹੁਤ ਖੁਸ਼ ਹੋਏ, ਕਹਿੰਦੇ ਤੁਹਾਡੀ ਵਰਦੀ ਬਹੁਤ ਸੋਹਣੀ ਆ, ਤੁਸੀਂ ਕੀ ਲੱਗੇ ਕਰਨਾ? ਅਸੀਂ ਕਿਹਾ ਕਿ ਅਸੀਂ ਡਾਕੂਮੈਂਟਰੀ ਬਣਦੀ ਉਹਦੀ ਸ਼ੂਟ ਕਰ, ਕਹਿੰਦੇ ਅਸੀਂ ਦੇਖ ਸਕਦੇ, ਦੇਖਿਆ ਦੇਖੋ, ਬੜੇ ਖੁਸ਼ ਹੋਏ। ਕੁਛ ਸੀਨ ਸਾਡੇ ਕੁੜੀਆਂ ਦੇ ਰਹਿੰਦੇ ਸੀ, ਅਸੀਂ 151 ਦੀ ਪਾਰਕ 'ਤੇ ਚੱਲ ਗਏ, ਅਤੇ ਉੱਥੇ ਅਸੀਂ ਖੇਡਣ ਲੱਗ ਪਏ, ਅਤੇ ਸਾਡੇ ਬੰਦੇ ਨੇ ਪੁਲਿਸ ਕਾਲ ਕਰਤੀ ਵੀ ਇਹ ਡੇਂਜਰਸ ਮੈਨ ਮਤਲਬ ਇੱਥੇ ਸ਼ਾਸਤਰ ਲਈ ਫਿਰਦੇ ਆ। ਅਤੇ ਉਹ ਪੁਲਿਸ ਵਾਲਾ ਆਇਆ, ਉਹਨੇ ਆਣ ਕੇ ਮੇਰੇ ਨਾਲ ਗੱਲ ਕੀਤੀ। ਮੈਂ ਇੰਗਲਿਸ਼ ਘੱਟ ਜਾਣਦਾ, ਮੇਰੀ ਬੇਟੀ ਨੇ ਗੱਲ ਕੀਤੀ। ਉਹ ਕਹਿੰਦੇ ਅਸੀਂ ਇੱਕ ਫਿਲਮ ਦੀ ਸ਼ੂਟ ਕਰਦੇ ਹਾਂ, ਅਤੇ ਕਹਿੰਦੇ ਤੁਹਾਡੇ ਕੋਲ ਸ਼ਾਰਪ ਸ਼ਾਸਤਰ, ਕਹਿੰਦੇ ਖੇਡਣ ਵਾਲੇ ਆ। ਕਹਿੰਦੇ ਕੋਈ ਗੱਲ ਨਹੀਂ, ਓਕੇ, ਤੁਸੀਂ ਲੋਕ ਉੱਥੇ ਬੈਠੇ ਹੋ, ਤੁਸੀਂ ਇੱਧਰ ਓਲੇ ਖੇਡਣੇ, ਕੋਈ ਗੱਲ ਨਹੀਂ ਸੀ, ਕੋਈ ਖਤਰਾ ਨਹੀਂ ਹੈ ਨਾ। ਫਿਰ ਮੁੜ ਕੇ ਮੈਂ ਉੱਥੋਂ ਚਲੋ ਉਹ ਖੜਾ, ਕਹਿੰਦਾ ਮੈਨੂੰ ਹੁਣ ਖੜੇ ਹੋਣਾ ਪੈਣਾ ਇੱਥੇ, ਮੈਂ ਅੱਧਾ ਘੰਟਾ ਤੁਸੀਂ ਆਪਣਾ ਕਰੋ, ਅਸੀਂ ਕਰੀ ਗਏ। ਅਤੇ ਜਦੋਂ ਮੈਂ ਚੱਲ ਗਿਆ ਸ਼ਾਸਤਰ ਰੱਖ ਕੇ ਗੱਡੀ 'ਚ ਘਰ ਨੂੰ, ਅਤੇ ਨਾਲ ਹੀ ਮੈਂ ਉੱਧਰ ਹੀ ਰਹਿੰਦਾ ਹੁੰਦਾ ਸੀ 151, ਅਤੇ ਬੱਚੇ ਮੇਰੇ ਆਉਂਦੇ ਸੀਗੇ, ਜਿਹੜੀਆਂ ਬੇਟੀਆਂ ਹੋਰ ਸਾਰੀਆਂ ਬੇਟੀਆਂ ਹੀ ਮੇਰੀਆਂ, ਅਤੇ ਉਹ ਇਕੱਠੀਆਂ ਆਉਂਦੀਆਂ। ਦੁਆਰਾ ਇੱਕ ਹੋਰ ਪੁਲਿਸ ਵਾਲਾ ਆ ਗਿਆ, ਅਤੇ ਕਹਿੰਦਾ ਤੁਸੀਂ ਆਏ ਉੱਥੋਂ ਪਾਰਕ 'ਚੋਂ ਖੇਡ ਕੇ? ਉਹ ਕਹਿੰਦੇ ਹਾਂ। ਕਹਿੰਦਾ ਤੁਹਾਡੇ ਬੰਦੇ ਫੋਨ ਕਰੀ ਜਾਂਦੇ ਸਾਨੂੰ। ਸੋ ਜਿਹੜੇ ਦੂਸਰੀ ਕਮਿਊਨਿਟੀ ਵਾਲੇ, ਉਹਨਾਂ ਨੂੰ ਪਤਾ ਹੈ ਸ਼ਾਸਤਰ ਵਿੱਦਿਆ ਕੀ ਆ। ਉਹ ਮੈਂ ਕਈ ਵਾਰ ਉਹਨਾਂ ਨੂੰ ਪੁੱਛਦਾ, ਉਹ ਕਹਿੰਦੇ ਅਸੀਂ ਵੈਨਕੂਵਰ ਪਾਰਕਾਂ 'ਚ ਆਮ ਖੇਡਦੇ ਹਾਂ, ਅਤੇ ਉਹ ਨਾ ਸਾਡੇ ਡਰਦੇ ਆ ਲੋਕ। ਤੁਸੀਂ ਦੱਸ ਰਹੇ ਸੀ ਵੀ ਕਈ ਇਹੋ ਜਿਹੇ ਕੋਚਸ ਵੀ ਨੇ, ਤੁਸੀਂ ਵੀ ਕੋਚ ਕਰਦੇ ਹੋ, ਜਿਹੜੀ ਸ਼ਸਤਰ ਕਲਾ ਜਾਂ ਯੁੱਧ ਦੇ ਵਿੱਚ ਇਹ ਵੀ ਸੀ ਕਿ ਦੂਸਰੇ ਬੰਦੇ ਨੂੰ ਨਿਹੱਥਾ ਕਿਵੇਂ ਕਰਨਾ? ਹਾਂਜੀ, ਇਹ ਸਭ ਤੋਂ ਜ਼ਿਆਦਾ ਕੋਸ਼ਿਸ਼ ਇਹੀ ਹੁੰਦੀ ਆ ਵੀ ਆਪਾਂ ਕਈ ਹੁਣ ਇੱਕ ਲੋਹੇ ਦੀ ਸੰਜੋਹ ਪਾਈ ਆ ਉਹਨੇ, ਹੁਣ ਆਪਾਂ ਨੂੰ ਦੇਖਣਾ ਪਊ ਵੀ ਉਹ ਤਾਂ ਆਪਣੀ ਤਲਵਾਰ ਉਹਦੇ ਵਾਰ ਨਹੀਂ ਕਰਦੀ। ਸੋ ਉਹਦੇ ਕਿੰਨੇ ਕੰਗ ਹੋ ਸਕਦੇ ਆ, ਜਾਂ ਤਾਂ ਆਪਣੇ ਆਹ ਜਗ੍ਹਾ ਹੁੰਦੀ, ਕਸ਼ ਹੁੰਦੀ ਆ, ਜਾਂ ਜਿੱਥੇ ਕਿ ਨਹੀਂ ਸੰਜੋਹ ਹੁੰਦੀ ਆ, ਉਹ ਟਾਰਗੇਟ ਆਪਣੇ, ਕਿਉਂਕਿ ਜ਼ਿਆਦਾ ਇਹ ਮਾਈਂਡ ਦੀ ਗੇਮ ਆ, ਬਹੁਤ ਜ਼ਿਆਦਾ ਕਾਗਰਤਾ ਦੀ ਗੇਮ ਹੈ। ਤਾਂ ਹੀ ਇਹ ਭਗਤੀ ਅਤੇ ਸ਼ਕਤੀ ਇਕੱਠੀ ਮਹਾਰਾਜ ਨੇ ਕੀਤੀ। ਅਗਰ ਤੁਸੀਂ ਚਾਈਨੀਜ਼ ਮਾਰਸ਼ਲ ਆਰਟ ਦੇਖੋਗੇ, ਅਤੇ ਉਹ ਸਮਾਧੀਆਂ ਲਾਉਂਦੇ ਨੇ, ਉਹ ਪਹਿਲਾਂ ਕਾਗਰਤਾ ਕਰਦੇ ਨੇ। ਕਿਉਂਕਿ ਮੇਰੀ ਤੁਹਾਡੇ ਨਾਲ ਹੋ ਰਹੀ ਲੜਾਈ, ਮੈਨੂੰ ਤੁਹਾਡਾ ਸੁਭਾਅ ਦਾ ਸਮਝ ਲੱਗਣੀ ਚਾਹੀਦੀ। 1 ਸੈਕਿੰਡ ਦੀ ਗੇਮ ਆ, ਇੱਕ ਤੁਸੀਂ ਬਾਹਰ ਮਾਰਿਆ ਅਤੇ ਮੇਰੀ ਗਲਤੀ ਹੋਈ ਤਾਂ ਮੈਂ ਗਿਆ। ਸੋ ਇਹ ਜਿਹੜੀ ਇਕਾਗਰਤਾ ਆ ਇੰਨੀ ਹੋ ਜਾਣੀ ਚਾਹੀਦੀ ਵੀ ਤੁਸੀਂ ਕੀ ਸੋਚ ਰਹੇ, ਮੈਨੂੰ ਸਮਝ ਲੱਗਣੀ ਚਾਹੀਦੀ ਆ। ਅਸੀਂ ਇਹ ਬੱਚਿਆਂ ਨੂੰ ਸਿਖਾਉਂਦੇ ਹਾਂ ਗੱਤਕੇ ਵਿੱਚ, ਵੀ ਜਦੋਂ ਤੁਸੀਂ ਖੇਡਦੇ ਉਹਦੇ ਨਾਲ ਉਹਨੂੰ ਦੇਖਣਾ ਦੂਸਰੇ ਬੰਦੇ ਨੂੰ, ਸਾਹਮਣੇ ਵਾਲੇ। ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਵੀ ਓਲੰਪਿਕ ਓਵਲ ਦੇ ਵਿੱਚ 12 ਦੇਸ਼ਾਂ ਦੇ ਇੰਸਟ੍ਰਕਟਰ ਸੀ, ਮੈਨੂੰ ਵੀ ਸੱਦਿਆ ਉੱਥੇ, ਅਤੇ ਖੇਡਦੇ ਸੀ। ਅਤੇ ਇੱਕ ਆਸਟ੍ਰੇਲੀਆ 'ਚ ਪ੍ਰੋਫੈਸਰ ਆ, ਲੇਕਿਨ ਹੈ ਇੰਗਲੈਂਡ ਦਾ ਉਹ, ਅਤੇ ਉਹ ਬੜੀ ਮਿਹਨਤ ਬੰਦੇ ਦੀ, ਉਹਨੇ ਕਿਤਾਬਾਂ ਤੋਂ ਸਿੱਖਿਆ, ਪੁਰਾਤਨ ਕਿਤਾਬਾਂ 13ਵੀਂ ਸੈਂਚੁਰੀ ਦੀਆਂ ਲੈ ਕੇ ਉਹ ਤੋਂ ਸਿੱਖਦਾ, ਆਪਣੇ ਮੁੰਡੇ ਨਾਲ ਪ੍ਰੈਕਟਿਸ ਕਰਕੇ ਅੱਜ ਉਹ ਦੁਨੀਆ ਭਰ 'ਚ ਮਸ਼ਹੂਰ ਆ ਇੰਸਟ੍ਰਕਟਰ। ਅਤੇ ਉਹ ਮੇਰੇ ਕੋਲ ਉਹਨੇ, ਅਸੀਂ ਇਕੱਠੇ ਦੋਨੇ ਸਿਖਾਉਂਦੇ ਸੀ, ਅਤੇ ਅਸੀਂ ਇੱਕ ਦੂਜੇ ਤੋਂ ਸਿੱਖਦੇ ਵੀ ਸੀਗੇ। ਅਤੇ ਉਹ ਮੈਨੂੰ ਕਹਿੰਦਾ ਵੀ ਤੁਸੀਂ ਫਸਟ ਵਾਰ ਨਹੀਂ ਕਰਦੇ। ਮੈਂ ਕਿਹਾ ਅਸੀਂ ਦੇਖਦੇ ਹਾਂ ਦੂਜੇ ਦੀ ਪਾਵਰ ਕਿੰਨੀ ਆ। ਉਹ ਕਹਿੰਦਾ ਸਵਾਲ ਦਾ ਮੈਨੂੰ ਜਵਾਬ ਨਹੀਂ ਸੀ, ਮੇਰੀਆਂ ਕਿਤਾਬਾਂ 'ਚ ਨਹੀਂ ਲੱਭਾ, ਅੱਜ ਲੱਭਾ। ਮੈਂ ਕਿਹਾ ਅਸੀਂ ਦੇਖਦੇ ਹਾਂ ਵੀ ਤੂੰ ਕੀ ਕਰੇਂਗਾ, ਕਿਉਂਕਿ ਤੂੰ ਜਦੋਂ ਵਾਰ ਕਰੇਂਗਾ ਤੂੰ ਆਪਣੀ ਫੁੱਲ ਸ਼ਕਤੀ ਮੇਰੇ ਲਾਏਂਗਾ, ਅਤੇ ਮੈਂ 100% ਉਸ ਵੇਲੇ ਪੂਰਾ ਡਿਫੈਂਸ 'ਤੇ ਖੜਾ, ਮੇਰਾ ਮਾਈਂਡ 100% ਡਿਫੈਂਸ 'ਤੇ ਖੜਾ, ਅਤੇ ਮੈਂ ਡੱਕ ਲੈਣੀ ਆ। ਹੁਣ ਜਿਹੜੇ ਗੁਰੂ ਸਾਹਿਬ ਵੇਲੇ ਵੀ 3 ਵਾਰ ਆਪਾਂ ਪੜ੍ਹਦੇ ਹਿਸਟਰੀ ਵਿੱਚ, ਉਹਦਾ ਇੱਕ ਕਾਰਨ ਸੀਗਾ। ਜਦੋਂ ਤੁਸੀਂ ਕਿਸੇ ਯੋਧੇ ਨੂੰ ਕਹਿੰਦੇ ਕਰ ਲਾ ਵਾਰ, ਪਹਿਲਾਂ ਤਾਂ ਉਹਨੂੰ ਹੁੰਦਾ ਵੀ ਹੁਣ ਜੇ ਮੇਰਾ ਵਾਰ ਨਾ ਲੱਗਾ ਤੇ ਮੇਰਾ ਕੀ ਬਣੂ। ਉਹ ਫਸ ਗਿਆ, 50% ਉਹਦਾ ਮਾਈਂਡ ਉੱਡ ਗਿਆ, ਅਤੇ 50 ਉਹਦਾ ਵਾਰ ਕਰਨ 'ਚ ਧਿਆਨ ਆ ਗਿਆ, ਅਤੇ ਮੈਂ 100 'ਤੇ ਖੜਾ ਡਿਫੈਂਸ 'ਤੇ। ਮੈਨੂੰ ਪਤਾ ਮੈਂ ਡਿਫੈਂਸ ਕਰਨੀ, ਮੈਂ ਲੱਗਣ ਨਹੀਂ ਦੇਣਾ। ਇੱਥੇ ਵੀ ਮੈਂ ਕਈ ਵਾਰ ਜਦੋਂ ਸਾਡੇ ਕੰਪੀਟੀਸ਼ਨ ਫਸ ਜਾਂਦੇ, ਐਂਡ 'ਤੇ ਚੱਲ ਜਾਂਦੀ, ਅਸੀਂ ਉਹਨੂੰ 3 ਵਾਰ ਦੇ ਦਿੰਦੇ ਹਾਂ। ਕਈ ਵਾਰ ਨਹੀਂ ਫੈਸਲਾ ਆਉਂਦਾ, ਅਤੇ ਅਸੀਂ ਇੰਡੀਆ ਵੀ ਇਹ ਸਾਰਿਆਂ ਨੇ ਪੰਜਾਬ ਦੇ ਵਿੱਚ ਇਹ ਕੀਤਾ ਸੀ ਵੀ 3 ਵਾਰ ਦੇ ਦਿਓ, ਜਿੱਦਾਂ ਹਾਕੀ ਦੇ ਵਿੱਚ ਆਪਾਂ ਦਿੰਦੇ ਹਾਂ। ਹਾਂਜੀ, ਲੇਕਿਨ ਉਹ ਲੱਗਦੇ ਨਹੀਂ,
ਕਿਉਂਕਿ ਉਹ 100% ਖੜਾ ਵੀ ਮੇਰੇ ਮਾਰਨੀ ਮੈਂ ਡੱਕ ਲੈਣੀ ਆ। ਅਤੇ ਉਹ ਫਿਰ ਕੀ ਹੁੰਦਾ, ਜਦੋਂ ਪਹਿਲਾ ਵਾਰ ਮਾਰਿਆ ਤਾਂ ਉਹ ਤੋਂ ਨਾ ਲੱਗਾ ਅਤੇ ਉਹ ਕਹਿੰਦਾ ਮੈਂ ਤਾਂ ਗਿਆ। ਗੁਰੂ ਸਾਹਿਬ ਕਹਿੰਦੇ ਦੂਆ ਕਰ ਭਾਈ। ਉਹ ਫਿਰ ਉਹ ਅੱਧਾ ਰਹਿ ਗਈ, ਉਹਦੀ ਪਾਵਰ ਜਿਹੜੀ ਉਹ ਅੱਧੀ ਰਹਿ ਗਈ। ਜਦੋਂ ਉਹ ਵੀ ਨਹੀਂ ਲੱਗਾ ਤਾਂ ਫਿਰ ਉਹ ਸਮਝ ਲਾ ਮੈਂ ਗਿਆ ਹੁਣ। ਤੀਜਾ ਵਾਰ ਉਹ ਤੋਂ ਲੱਗਦਾ ਨਹੀਂ ਹੁੰਦਾ ਅਤੇ ਫਿਰ ਉਹ ਮਤਲਬ ਖਤਮ ਹੋ ਜਾਂਦਾ। ਅਤੇ ਚੌਥਾ ਵਾਰ ਫਿਰ ਮਹਾਰਾਜ ਦਾ ਜਿਹੜਾ ਜਾਂ ਇਹ ਜੰਗ ਦਾ, ਫਿਰ ਉਹਨੇ ਮੈਨੂੰ ਇਹ ਕਹਿੰਦਾ ਵੀ ਮੈਂ ਕਿਹਾ ਵੀ ਅਸੀਂ ਦੂਜੇ ਨੂੰ ਦੇਖਦੇ ਹਾਂ ਉਹ ਕਰ ਕੀ ਰਿਹਾ। ਜਿਵੇਂ ਅਸੀਂ ਉੱਥੇ ਸ਼ਾਸਤਰ ਪੁਰਾਤਨ ਮੇਰੇ ਹੁਣ ਵੀ ਅਸੀਂ ਇੱਕ ਇੱਥੇ ਮਿਊਜ਼ੀਅਮ ਦਾ ਕੰਮ ਸ਼ੁਰੂ ਕੀਤਾ, ਸਿੱਖ ਮਿਊਜ਼ੀਅਮ ਦਾ, ਪਰ ਉਹ ਇੱਕ ਜਗ੍ਹਾ ਨਹੀਂ ਲਈ ਅਸੀਂ। ਜਿੱਥੇ ਵੀ ਨਗਰ ਕੀਤਾ ਉੱਥੇ ਲਾਵਾਂਗੇ। ਕੱਲ੍ਹ ਆਪਾਂ ਗੁਰਦੁਆਰਾ ਨਿਊ ਵੈਸਟ ਉੱਥੇ ਗੁਰੂ ਨਾਨਕ ਗੁਰਦੁਆਰੇ ਲਾਈ ਸੀ ਸ਼ਾਸਤਰ। ਆਪਾਂ ਪੁਰਾਤਨ ਸ਼ਾਸਤਰ ਇਕੱਤਰ ਕਰ ਰਹੇ ਹਾਂ, ਜਿਹੜੇ ਪੁਰਾਤਨ ਯੁੱਧ ਕਲਾ 'ਚ ਵਰਤੇ ਸੀ, ਵੱਖ ਕਰਪਾ, ਵਰਸ਼ਾ, ਨਾਗਨੀ, ਹੋਰ ਬਣਵਾ ਰਹੇ, ਲੱਭ ਰਹੇ ਜਿੱਥੋਂ ਵੀ ਮਿਲਦੇ ਆ। ਅੱਛਾ ਜੀ। ਅਤੇ ਕਿਉਂਕਿ ਸਾਡੇ ਬੱਚਿਆਂ ਨੂੰ ਸਾਡਾ ਵਿਰਸਾ ਪਤਾ ਲੱਗੇ ਵੀ ਆਹ ਸ਼ਾਸਤਰ ਹੁੰਦੇ ਸੀ ਯੁੱਧ 'ਚ। ਅਤੇ ਅਸੀਂ ਇਹ ਵੀ ਗਾਂ ਸਾਡੀ ਸੋਚ ਆ ਵੀ ਜਿਹੜੇ ਬਾਕੀ ਮਾਰਸ਼ਲ ਆਰਟ ਸੀ ਉਹਨਾਂ ਦੇ ਸ਼ਾਸਤਰ ਮੰਗਾਈਏ। ਸੋ ਉਹ ਮਤਲਬ ਉਹਦਾ ਹੈਗਾ ਵੀ ਜਦੋਂ ਉੱਥੇ ਲਾਏ ਤਾਂ ਮੈਨੂੰ ਉਹਨੇ ਸਵਾਲ ਕੀਤਾ ਵੀ ਤੁਹਾਡੇ ਕੋਲ ਇੰਨੇ ਸ਼ਾਸਤਰ ਕਿਉਂ? ਵੀ ਅਸੀਂ ਤਾਂ 2-3 ਸ਼ਾਸਤਰ ਹੁੰਦੇ, ਇੱਕ ਲੌਂਗ ਤਲਵਾਰ ਹੁੰਦੀ, ਇੱਕ ਛੋਟੀ ਹੁੰਦੀ ਆ, ਜਾਂ ਢਾਲ ਸ਼ੀਲਡ ਹੁੰਦੀ ਆ ਉਹਨੂੰ ਕਹਿ ਦਿੰਦੇ ਆ, ਜਾਂ ਫੈਂਸਿੰਗ ਵਾਲੀ ਕਿਰਪਾਨ ਆ, ਜਾਂ ਸਪੀਅਰ ਵਰਸ਼ਾ ਹੁੰਦਾ। ਅਤੇ ਤੁਸੀਂ ਆਹ 40-45 ਸ਼ਾਸਤਰ ਲਾ ਕੇ ਬੈਠੇ। ਮੈਂ ਕਿਹਾ ਦੇਖੋ, ਪੰਜਾਬ ਦੇ ਲੋਕ ਮੰਗੋਲੀਆਂ ਨਾਲ ਲੜੇ, ਪੰਜਾਬ ਦੇ ਲੋਕ ਅੰਗਰੇਜ਼ਾਂ ਨਾਲ ਲੜੇ। ਜਿਹੜਾ ਵੀ ਹਮਲਾਵਰ ਉਹ ਪੰਜਾਬ ਤਾਂ ਨਹੀਂ ਲੰਘਿਆ, ਤਾਂ ਜਿਹਦੇ ਨਾਲ ਵਾਹ ਪਵੇ ਉੱਦਾਂ ਦੀ ਚੀਜ਼ ਉਹਨੂੰ ਬਣਾਉਣੀ ਪੈਂਦੀ ਆ। ਹਾਂਜੀ ਗੁਰਪ੍ਰੀਤ ਸਿੰਘ ਜੀ, ਅਖੀਰ ਦੱਸੋ ਸਾਨੂੰ ਵੀ ਜਿਹੜਾ ਇਹ ਸਾਰਾ ਸ਼ਸਤਰ ਵਿੱਦਿਆ ਅਤੇ ਹੋਰ ਆਲੇ ਦੁਆਲੇ ਗੱਲ ਘੁੰਮਦੀ ਆ, ਉਹ ਗੁਰੂ ਸਾਹਿਬ ਦੇ ਦਿੱਤੇ ਹੋਏ ਸਿਧਾਂਤ ਸੰਤ ਅਤੇ ਸਿਪਾਹੀ ਬਾਰੇ ਆ। ਹਾਂਜੀ, ਇਹਦਾ ਜਿਹੜਾ ਸਿਧਾਂਤ ਸੀ ਇਹਨੂੰ ਹੋਰ ਐਲੈਬੋਰੇਟ ਕਰੋ। ਹਾਂਜੀ, ਇਹ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜਾ ਸ਼ਸਤਰ ਦਿੱਤਾ ਆ, ਪਹਿਲੋਂ ਸਤਿਗੁਰਾਂ ਨੇ ਕਿਹਾ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਸੂਰਮੇ ਦੀ ਜਿਹੜੀ ਪਰਿਭਾਸ਼ਾ ਆ ਕਿ ਉਹ ਆਤਮਿਕ ਤੌਰ 'ਤੇ ਵੀ ਬਲਵਾਨ ਹੋਣਾ ਚਾਹੀਦਾ। ਜੇ ਆਤਮਿਕ ਤੌਰ 'ਤੇ ਬਲਵਾਨ ਨਹੀਂ ਆ ਅਤੇ ਬਾਹਰ ਦੇ ਜਿਹੜੇ ਸ਼ਸਤਰ ਨੇ ਉਹ ਵੀ ਇੰਨਾ ਮਾਇਨਾ ਨਹੀਂ ਰੱਖ ਸਕਦੇ ਜਿਹੜਾ ਸਮੇਂ 'ਤੇ। ਜਦੋਂ ਅਸੀਂ ਦੇਖਦੇ ਹਾਂ ਨਾ, ਭਾਈ ਡੱਲੇ ਦਾ ਇਤਿਹਾਸ ਪੜ੍ਹਦੇ ਹਾਂ, ਉਹਦੇ ਯੋਧੇ ਬੜੇ ਵੱਡੇ ਸੀ। ਕਹਿੰਦਾ ਸਤਿਗੁਰੂ ਜੀ ਮੇਰੇ ਯੋਧਿਆਂ ਦੀ ਖੁਰਾਕ ਬੜੀ ਆ, ਇਹ ਸ਼ਸਤਰ ਵਿੱਦਿਆ ਵਿੱਚ ਬੜੇ ਨਿਪੁੰਨ ਨੇ। ਅਤੇ ਗੁਰੂ ਸਾਹਿਬ ਜੀ ਨੇ ਇੱਕ ਪਰਖ ਪਾਈ ਕਿ ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਅਤੇ ਜਾਂ ਡੱਲੇ ਭਾਈ ਲੈ ਕੇ ਆਪਣਾ ਇੱਕ ਅੱਧਾ ਸਿਪਾਹੀ। ਅਤੇ ਜਦੋਂ ਜਾਂਦਾ ਤਾਂ ਇੱਕ ਵੀ ਉਹਦਾ ਜਿਹੜਾ ਯੋਧਾ ਤਿਆਰ ਨਹੀਂ ਹੁੰਦਾ, ਜਿਹਦੇ ਬਾਰੇ ਉਹ ਕਹਿੰਦਾ ਸੀ ਉਹ ਸਰੀਰ ਕਰਕੇ ਬੜੇ ਬਲਵਾਨ ਨੇ, ਇਹਨਾਂ ਦੀ ਖੁਰਾਕ ਬੜੀ ਆ, ਇਹ ਸਰੀਰ ਦੇ ਬੜੇ ਤਕੜੇ ਨੇ। ਪਰ ਕਹਿੰਦਾ ਜਾਂ ਸਾਡੇ ਸਿੱਖ ਉੱਧਰ ਨੇ, ਉਹਨਾਂ 'ਚ ਆਵਾਜ਼ ਮਾਰ। ਉਹ ਸਿੱਖਾਂ ਨੂੰ ਆਵਾਜ਼ ਮਾਰਦਾ ਆ, ਕਹਿੰਦਾ ਨਾਮ ਨਹੀਂ ਲੈਂਦਾ। 2 ਆਉਂਦੇ ਨੇ, ਦਸਤਾਰ ਬੰਨ੍ਹ ਰਹੇ ਹੁੰਦੇ ਨੇ, ਪਿਓ ਪੁੱਤ ਇਤਿਹਾਸ ਦੱਸਦਾ ਆ। ਅਤੇ ਜਦੋਂ ਆਉਂਦੇ ਗੁਰੂ ਸਾਹਿਬ ਜੀ ਕਹਿੰਦੇ ਦੋਨੋਂ ਖੜ੍ਹੇ ਹੋ ਜਾਓ। ਦੋਨੋਂ ਖੜ੍ਹੇ ਹੁੰਦੇ ਨੇ ਅਤੇ ਇੱਕ ਦੂਸਰੇ ਤੋਂ ਉੱਚੇ ਹੋ ਰਹੇ ਨੇ ਕਿ ਨਿਸ਼ਾਨਾ ਮੇਰੇ ਲੱਗੇ। ਭਾਵ ਕਿ ਗੁਰੂ ਸਾਹਿਬ ਜੀ ਨੇ ਜਿਹੜੀ ਯੁੱਧ ਵਿਦਿਆ ਭਰੀ ਹੈ ਨਾ, ਇਹ ਇਕੱਲਾ ਸਰੀਰਕ ਬਲ ਹੀ ਨਹੀਂ ਹੈ, ਇਹ ਆਤਮਿਕ ਬਲ ਵੀ ਆ। ਜਿੰਨਾ ਚਿਰ ਆਤਮਿਕ ਬਲ ਨਹੀਂ ਹੋਵੇਗਾ, ਅੰਦਰ ਤੁਹਾਡੇ ਪ੍ਰੇਮ ਨਹੀਂ ਹੋਏਗਾ ਅਤੇ ਉਸ ਚੀਜ਼ ਵਾਸਤੇ ਜਿਹਦੇ ਵਾਸਤੇ ਤੁਸੀਂ ਲੜਨਾ ਆ, ਭਾਵੇਂ ਕੋਈ ਦੇਸ਼ ਆ, ਜਿੰਨਾ ਚਿਰ ਸਾਡੇ ਉਸ ਦੇਸ਼ ਪ੍ਰਤੀ ਨਿਸ਼ਚਾ ਕਿਹੋ ਜਿਹਾ ਹੈ, ਸਾਡਾ ਪ੍ਰੇਮ ਕਿਹੋ ਜਿਹਾ, ਉਹ ਨਿਰਭਰ ਕਰਦਾ। ਗੁਰੂ ਸਾਹਿਬ ਜੀ ਦੇ ਜਿਹੜੇ ਸਿੱਖ ਸੀ ਨਾ ਲੜਦੇ, ਉਹਨਾਂ ਦੇ ਅੰਦਰ ਇਹ ਵਾਲੀ ਭਾਵਨਾ ਸੀ। ਜਿੱਥੇ ਉਹ ਸਰੀਰਕ ਬਲਵਾਨ ਤੇ ਸੀਗੇ, ਪਰ ਉਹਨਾਂ ਦੇ ਅੰਦਰ ਇਹ ਵੀ ਵਾਲੀ ਭਾਵਨਾ। ਬਾਕੀ ਜਿਹੜਾ ਸਿੱਖੀ ਦਾ ਸਿਧਾਂਤ ਆ, ਇਹ ਸੰਤ ਤੇ ਸਿਪਾਹੀ ਵਾਲਾ ਹੈ। ਕਿ ਪਹਿਲੇ ਸਮੇਂ 'ਚ ਇਹ ਸੀ ਕਿ ਇੱਥੇ ਕੀ ਹੋਇਆ ਕਿ ਜਿਵੇਂ ਸਾਡੇ ਦੇਸ਼ 'ਤੇ ਹਿੰਦੁਸਤਾਨ ਦੇ ਬੜੇ ਹਮਲੇ ਹੋਏ, ਵੀਰ ਜੀ ਉਹਨਾਂ ਦੱਸਿਆ, ਕਈ ਅਹਿਲਕਾਰ ਆਏ। ਇੱਥੇ ਦੇ ਜਿਹੜੇ ਧਰਮ ਵਾਲੇ ਲੋਕ ਸੀ ਨਾ, ਜਿਹੜੇ ਧਰਮੀ, ਉਹਨਾਂ ਕੀ ਕਰਨਾ, ਉਹਨਾਂ ਆਖਿਆ ਸਾਨੂੰ ਕੀ ਲੱਗੇ, ਜੋ ਮਰਜ਼ੀ ਹੋਵੇ। ਉਹਨਾਂ ਨੇ ਚੁੱਕਿਆ ਅਤੇ ਜੰਗਲਾਂ ਵੱਲ ਨੂੰ ਚੱਲ ਪਏ। ਪਰ ਇੱਥੋਂ ਦੀਆਂ ਉਹਨਾਂ ਨੇ ਬਹੁ ਬੇਟੀਆਂ ਇੱਜ਼ਤਾਂ ਨੂੰ ਰੋੜਿਆ, ਧਰਮ ਸਥਾਨਾਂ ਨੂੰ ਰੋੜਿਆ। ਗੁਰੂ ਸਾਹਿਬ ਨੇ ਕਿਹਾ ਕਿ ਸਾਡਾ ਜਿਹੜਾ ਭਗਤ ਹੋਏਗਾ ਨਾ, ਜਿਹੜਾ ਅਸੀਂ ਪੈਦਾ ਕਰਾਂਗੇ, ਉਹ ਜੰਗਲਾਂ ਵੱਲ ਭੱਜੇਗਾ ਨਹੀਂ। ਉਹ ਜਿਵੇਂ ਇੱਕ ਖੇਤ ਹੁੰਦਾ ਆ, ਜਿਸ 'ਚ ਵਧੀਆ ਫਸਲ ਹੋਵੇ ਉਹਦੇ 4 ਸਫੇਰੇ ਵਾੜ ਕੀਤੀ ਜਾਂਦੀ ਹੈ। ਗੁਰੂ ਸਾਹਿਬ ਨੇ ਕਿਹਾ ਕਿ ਜਿਹੜਾ ਸਿਪਾਹੀ ਵਾਲਾ ਰੂਪ ਆ ਸਾਡੀ ਵਾੜ ਆ, ਅਤੇ ਸਾਡਾ ਜਿਹੜਾ ਸਿੱਖ ਹੋਵੇਗਾ ਇਹ ਸੰਤ ਤੇ ਸਿਪਾਹੀ ਵੀ ਹੋਵੇਗਾ। ਅਤੇ ਜੇ ਤੇ ਸਾਡੇ ਲਾਗੇ ਕਿਸੇ ਬੱਚੀ ਤੇ ਕਿਸੇ ਦੇ ਜ਼ੁਲਮ ਹੋਏਗਾ ਤੇ ਉਹ ਅੱਗੇ ਹੋ ਕੇ ਲੜੇਗਾ, ਨਾ ਕਿ ਇਹਨਾਂ ਨੂੰ ਛੱਡ ਕੇ ਭੱਜੇਗਾ। ਉਹਨਾਂ ਨੇ ਇਹ ਸ਼ਸਤਰ ਦੀ ਜਿਹੜੀ ਪਰਿਭਾਸ਼ਾ ਜਿਹੜੀ ਸਿੱਖੀ ਵਿੱਚ ਸੰਤ ਸਿਪਾਹੀ ਵਾਲੀ ਪ੍ਰਗਟ ਕੀਤੀ ਹੈ। ਸਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਬਹੁਤ ਵਧੀਆ ਗੱਲਾਂ ਤੁਸੀਂ ਦੱਸੀਆਂ ਨੇ। ਬਹੁਤ ਮੈਂ ਤੁਹਾਡਾ ਧੰਨਵਾਦੀ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।